ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਸਿੱਧਾ ਚੈਲੰਜ ਅਜੇ ਵੀ ਪਾਰਟੀ ਵਿੱਚ ਕੋਈ ਨਹੀਂ। ਜਗਮੀਤ ਸਿੰਘ ਬਰਾੜ ਨੇ ਵੀ ਇਹੋ ਆਖਿਆ ਕਿ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਸੁਖਬੀਰ ਸਿੰਘ ਬਾਦਲ ਫੇਲ ਹੋ ਚੁੱਕੇ ਨੇ। ਜੰਗ ਦੇ ਦੌਰਾਨ ਜਰਨੈਲ ਜ਼ਰੂਰ ਨਹੀਂ ਬਦਲੇ ਜਾਂਦੇ, ਪਰ ਜੰਗ 2024 ਚ ਹੋਣੀ ਹੈ ਵੱਡੀ। ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਹੋਏ ਨੇ। ਉਹਨਾਂ ਨੇ ਕਿਸੇ ਨੂੰ ਪੁੱਛਿਆ ਤੱਕ ਨਹੀਂ। 2-3 ਬੰਦਿਆਂ ਦੀ ਪਾਰਟੀ ਹੁੰਦੀ ਸੀ, ਉਹਨਾਂ ਨੂੰ ਬਿਠਾ ਕੇ ਫੈਸਲਾ ਸੁਣਾ ਦਿੱਤਾ ਜਾਂਦਾ ਸੀ ਤੇ ਜਿਹੜੇ ਥੱਲੇ ਦੇ ਐਮਐਲਏ ਜਿਹਨੇ ਜਾਂ ਛੋਟੇ ਮੋਟੇ ਮੰਤਰੀ ਨੇ, ਉਹਨਾਂ ਨੂੰ ਪੁੱਛਿਆ ਤੱਕ ਨਹੀਂ ਸੀ ਜਾਂਦਾ, ਭਾਈ ਤੁਹਾਡੀ ਵੀ ਕੋਈ ਬੁਕਤ ਹੈ ਜਾਂ ਨਹੀਂ। ਲੋਕ ਇਹਨੇ ਬੇਵਕੂਫ ਨਹੀਂ ਹੈਗੇ, ਕਮਲੇ ਨਹੀਂ ਹੈਗੇ ਕਿ ਜਿਹੜੇ ਕਦੇ ਅਕਾਲੀ ਦਲ ਦੇ ਇੰਨੇ ਵੱਡੇ ਵੋਟਰ ਹੋਇਆ ਕਰਦੇ ਸੀ ਤੇ ਇੰਨੇ ਪਿੱਛੇ ਹਟ ਗਏ ਨੇ, ਕੋਈ ਵੱਡੇ ਕਾਰਨ ਹੋਣਗੇ। ਤੇ ਇਹ ਜਿਹੜੇ ਜਿੰਨੀਆਂ ਇਸ ਤਰ੍ਹਾਂ ਇੰਨੀਆਂ ਵੱਡੀਆਂ ਜ਼ਮੀਨਾਂ ਕਿਸ ਨੇ ਛੱਡੀਆਂ ਹੋਈਆਂ ਨੇ। ਨੀਮ ਪਹਾੜੀ ਇਲਾਕਾ ਹੈ ਉਹ, ਉਸ ਇਲਾਕਿਆਂ ਦੇ ਵਿੱਚ ਇੰਨੀ ਮਹਿੰਗੇ ਭਾਅ ਦੀ ਜ਼ਮੀਨ ਤੇ ਸਾਰੇ ਇਹ ਲੋਕ ਕਿਵੇਂ ਕਾਬਜ਼ ਹੋ ਗਏ। ਸਿਮਰਨਜੀਤ ਸਿੰਘ ਮਾਨ ਦਾ ਪੰਜਾਬ ਦੇ ਸਿਆਸੀ ਧਰਾਤਲ ਤੇ ਉਭਾਰ ਤੇ ਇਮਾਨ ਸਿੰਘ ਮਾਨ ਦਾ ਸ਼ਹੀਦ ਭਗਤ ਸਿੰਘ ਦੀ ਸਿੱਖ ਅਜਾਇਬ ਘਰ ਦੇ ਵਿੱਚੋਂ ਫੋਟੋ ਹਟਾਉਣ ਵਾਲਾ ਬਿਆਨ, ਇਹ ਦੋਵਾਂ ਨੂੰ ਫੋਰਫਰੰਟ ਤੇ ਲੈ ਆਇਆ। ਜਿਹੜੀ ਅੱਜ ਜ਼ਮੀਨ ਛਡਾਈ ਗਈ, ਇਸ ਵਿੱਚੋਂ 30 ਕਰੋੜ ਦਾ ਕੱਥਾ ਹੀ ਲੱਗਾ ਹੋਇਆ ਹੈ। ਜੇ ਉਹਨੂੰ ਬਚਾ ਲਿਆ ਜਾਵੇ ਤਾਂ ਉਹੋ ਹੀ ਸਾਡਾ ਜਿਹੜਾ ਕਿੰਨਿਆਂ ਦਾ ਕਰੋੜਾਂ ਦਾ ਬਣਦਾ। ਜਦੋਂ ਸਰਕਾਰਾਂ ਕਈ ਵਾਰੀ ਆਪਣੇ ਕੰਮਕਾਜ ਤੋਂ ਹੱਥ ਪੈਰ ਪਿਛਾਂਹ ਖਿੱਚਦੀਆਂ ਨੇ ਨਾ, ਤੇ ਫਿਰ ਯਾਦ ਆਉਂਦਾ ਹੈ ਕਿ ਇੰਨੇ ਪੈਸੇ ਜਿਹੜੇ ਨੇ ਉਹ ਗਰੀਬ ਦੇ ਮੂੰਹ ਵਿੱਚ ਨਹੀਂ ਪੈ ਸਕਦੇ। ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਕਾਰਬਾਜ਼ੀ ਥਾਂ ਕਰਨ ਦੀ ਬਜਾਏ ਤੇ ਸਰਕਾਰੀ ਖਜ਼ਾਨੇ ਨੂੰ ਲੁਟਾਉਣ ਦੀ ਥਾਂ ਤੇ ਇੱਕ ਆਪਣਾ ਪਲੇਟਫਾਰਮ ਬਣਾਓ, ਉੱਥੇ ਲੋਕਾਂ ਨੂੰ ਇਨਫੋਰਮੇਸ਼ਨ ਦਿਓ। 2022 ਤੱਕ 1756 ਕਰੋੜ ਪ੍ਰਿੰਟ ਮੀਡੀਆ ਤੇ ਭਾਵ ਅਖਬਾਰਾਂ ਤੇ ਇਸੇ ਤਰ੍ਹਾਂ ਹੀ 1583 ਕਰੋੜ ਰੁਪਏ ਜਿਹੜੇ ਨੇ ਉਹ ਇਲੈਕਟ੍ਰੋਨਿਕ ਮੀਡੀਆ ਤੇ ਜਿਹੜੇ ਨੇ ਉਹ ਖਰਚੇ ਗਏ। ਸਰਕਾਰ ਨੇ ਜਿਹੜੀ ਅਗਨੀਪਥ ਯੋਜਨਾ ਹੈ ਤੇ ਉਸ ਵਿੱਚ ਅਗਨੀਵੀਰ ਭਰਤੀ ਕਰਦੇ ਨੇ। ਹੁਣ ਫੌਜ ਦੇ ਬੇਸਿਕਲੀ ਤੇ ਖਰਚੇ ਘਟਾਉਣ ਦੀ ਗੱਲ ਹੈ ਨਾ। ਸਰਕਾਰਾਂ ਜੇ ਇਸੇ ਤਰ੍ਹਾਂ ਸੋਚ ਲੈਣ ਕਿ ਅਸੀਂ ਭਲਾਈ ਕਰਨਾ ਲੋਕਾਂ ਦਾ, ਤੇ ਫਿਰ ਇਸ਼ਤਿਹਾਰਾਂ ਦੇ ਜ਼ਰੀਏ ਦੱਸਣ ਦੀ ਲੋੜ ਨਹੀਂ ਪਏਗੀ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ 'ਚੋਂ ਜਿਹੜਾ ਰੂਹਾਂ ਧੂਆਂ ਉੱਠ ਰਿਹਾ, ਉਹਦੀ ਗੱਲ ਕਰਾਂਗੇ ਕਿ ਕਿੱਦਾਂ ਦੀਆਂ ਬਗਾਵਤੀ ਸੁਰਾਂ ਉੱਠ ਰਹੀਆਂ ਨੇ, ਕੌਣ ਕੀ ਕਹਿ ਰਿਹਾ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਤੇ ਭਗਵੰਤ ਮਾਨ ਸਰਕਾਰ ਨੇ ਉਹਨਾਂ ਦੇ ਟੱਬਰ ਤੇ ਜਿਹੜਾ ਐਕਸ਼ਨ ਲਿਆ ਆ, ਉਹਨਾਂ ਦੇ ਪੁੱਤ ਕੋਲੋਂ ਜ਼ਮੀਨ ਛਡਵਾਈ ਹੈ, ਉਹਦੀ ਵੀ ਗੱਲਬਾਤ ਕਰਾਂਗੇ। ਤੇ ਬਿਕਰਮ ਸਿੰਘ ਮਜੀਠੀਆ ਬਾਹਰ ਦੀ ਹਵਾ ਕਦੋਂ ਲੈਣਗੇ? 5 ਮਹੀਨੇ ਹੋ ਗਏ ਜੇਲ੍ਹ 'ਚ ਬੈਠਿਆਂ, ਹਾਲੇ ਤੱਕ ਆਸ ਉਮੀਦ ਕੋਈ ਲੱਗਦੀ ਨਹੀਂ ਬਾਹਰ ਆਉਣ ਦੀ। ਅੱਜ ਫਿਰ ਸੁਣਵਾਈ ਜਿਹੜੀ ਹੈ ਉਹਦੀ ਹੋਈ ਨਹੀਂ, ਜ਼ਮਾਨਤ ਉਹਨਾਂ ਨੂੰ ਮਿਲੀ ਨਹੀਂ, ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਹੋਰ ਵੀ ਇਦਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਮੇਰੇ ਨਾਲ ਇਸ ਵੇਲੇ ਇਸ ਪ੍ਰੋਗਰਾਮ 'ਚ ਸਾਥ ਦੇਣਗੇ ਕੁਲਦੀਪ ਸਿੰਘ ਹੀਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਬਲੀਨ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ। ਬਗਾਵਤੀ ਸੁਰਾਂ ਉੱਠ ਰਹੀਆਂ ਨੇ। ਬਰਾੜ ਸਾਹਿਬ ਕਹਿੰਦੇ ਨੇ ਕਿ ਪ੍ਰਧਾਨ ਨੂੰ ਬਦਲਣਾ ਪੈਣਾ ਜੇ ਪਾਰਟੀ ਨੂੰ ਮੁੜ ਤੋਂ ਪੈਰਾਂ ਤੇ ਕਰਨਾ। ਤੇ ਭੁੰਦੜ ਸਾਹਿਬ ਕਹਿੰਦੇ ਨੇ ਕਿ ਜਦੋਂ ਔਖਾ ਵੇਲਾ ਆ ਜਾਏ ਉਦੋਂ ਪ੍ਰਧਾਨ ਨੂੰ ਛੱਡੀਦਾ ਨਹੀਂ ਹੁੰਦਾ। ਤੁਹਾਡੇ ਸਮੀਕਰਨ ਪ੍ਰਧਾਨ ਬਾਰੇ ਕੀ ਕਹਿੰਦੇ ਨੇ? ਮੇਰੇ ਸਮੀਕਰਨ ਕੀ ਕਹਿੰਦੇ ਨੇ ਇਹ ਤਾਂ ਮੈਂ ਬਾਅਦ ਵਿੱਚ ਗੱਲ ਕਰਾਂਗਾ। ਪਹਿਲਾਂ ਜਗਮੀਤ ਸਿੰਘ ਬਰਾੜ ਹੋਣਾ ਦੀ ਥੋੜੀ ਜਿਹੀ ਗੱਲ ਕਰਦੇ ਹਾਂ। ਜਗਮੀਤ ਸਿੰਘ ਬਰਾੜ ਪੁਰਾਣੇ ਘਾਗ ਸਿਆਸਤਦਾਨ ਨੇ। ਘਾਗ ਸਿਆਸਤਦਾਨ ਇਸ ਕਰਕੇ ਨੇ ਕਿ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੈ ਤੇ ਉਹ ਬਾਰੀਕੀਆਂ ਨੂੰ ਬਾਖੂਬੀ ਜਾਣਦੇ ਨੇ, ਸਮਝਦੇ ਨੇ। ਪਰ ਸਮੇਂ-ਸਮੇਂ ਤੇ ਉਹਨਾਂ ਨੇ ਅਜਿਹੇ ਕਈ ਗਲਤ ਫੈਸਲੇ ਲਏ, ਗਲਤ ਕਹਿ ਲਓ ਜਾਂ ਉਸ ਸਮੇਂ ਜੋ ਉਹਨਾਂ ਨੂੰ ਠੀਕ ਲੱਗਦੇ ਸਨ, ਪਰ ਉਹ ਸਾਬਤ ਬਹੁਤੇ ਗਲਤ ਹੀ ਹੋਏ। ਉਸ ਦੇ ਮੁਤਾਬਕ ਉਹਨਾਂ ਦੀ ਜਿਹੜੀ ਰਾਜਨੀਤਿਕ ਸੂਝ-ਬੂਝ ਹੈ, ਉਸ 'ਤੇ ਸਵਾਲੀਆ ਚਿੰਨ੍ਹ ਖੜਾ ਹੋ ਜਾਂਦਾ ਹੈ ਕਿ ਉਹਨਾਂ ਦੇ ਸੁਭਾਅ ਦੇ ਵਿੱਚ ਹੈ ਕਿ ਉਹਨਾਂ ਨੇ ਇੱਕ ਦਲ ਤੋਂ ਦੂਸਰੇ ਦੇ ਵਿੱਚ ਚਲੇ ਜਾਣ। ਕਾਂਗਰਸ ਦੇ ਵਿੱਚ ਕਦੇ ਹੋਇਆ ਕਰਦੇ ਸਨ ਤੇ ਪੰਜਾਬ ਦੇ ਵਿੱਚ ਕੁਝ ਸਾਲ ਇਹੋ ਜਿਹੇ ਵੀ ਸਨ ਜਦੋਂ ਸਰਦਾਰ ਜਗਮੀਤ ਸਿੰਘ ਬਰਾੜ ਬਾਦਲ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਟੱਕਰ ਦੇਣ ਵਾਲੇ ਇੱਕੋ ਇੱਕ ਕਾਂਗਰਸੀ ਆਗੂ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਸੀ। ਫਿਰ ਸਮਾਂ ਬਦਲਿਆ। ਕੇਂਦਰ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਜਗਮੀਤ ਸਿੰਘ ਬਰਾੜ ਹੋਣਾ ਨੂੰ ਲੱਗਿਆ ਕਿ ਨਹੀਂ, ਇਹ ਜਿਹੜਾ ਗਰੁੱਪ ਹੈ ਇਹ ਸਾਨੂੰ ਪਾਸੇ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਵਿੱਚੋਂ ਇੱਕ ਵੱਖਰੇ ਨਿਕਲੇ ਹੋਏ ਸੈਕਸ਼ਨ ਦੇ ਨਾਲ ਜੁੜ ਗਏ। ਜਿਹੜਾ ਐਨ.ਡੀ. ਤਿਵਾੜੀ ਦੇ ਨਾਲ ਉਹਨਾਂ ਨੇ ਜੁੜ ਕੇ ਪੰਜਾਬ ਦੇ ਵਿੱਚ ਇੱਕ ਕਾਂਗਰਸ ਦਾ ਗਠਨ ਕੀਤਾ। ਉਸ ਧੜੇ ਦੇ ਨਾਲ ਉਹ ਕੁਝ ਸਾਲ ਰਹੇ, ਫਿਰ ਉਹ ਧੜਾ ਹੌਲੀ-ਹੌਲੀ ਕਾਂਗਰਸ ਦੇ ਵਿੱਚ ਮਰਜ ਹੋ ਗਿਆ। ਜਨਾਬ ਹੁਣੀ ਫਿਰ ਉੱਧਰ ਆ ਗਏ। ਫਿਰ ਉਹਨਾਂ ਨੂੰ ਲੱਗਾ ਕਿ ਨਹੀਂ, ਪੰਜਾਬ ਦੇ ਵਿੱਚ ਪੰਜਾਬੀਆਂ ਦਾ ਆਈਡੀਆ ਸ਼ਾਇਦ ਨਾ ਚੱਲੇ,
ਇੱਥੇ ਕੋਈ ਲਹਿਰ ਨਹੀਂ ਉੱਠ ਸਕਦੀ, ਇੱਥੇ ਕੋਈ ਗੱਲ ਨਹੀਂ ਬਣ ਸਕਦੀ। ਤੇ ਜਗਮੀਤ ਸਿੰਘ ਬਰਾੜ ਹੋਣਾ ਨੇ ਬੀਬੀ ਮਮਤਾ ਬੈਨਰਜੀ ਦੇ ਨਾਲ ਸਾਂਝ ਪਾ ਕੇ ਪੰਜਾਬ ਦੇ ਵਿੱਚ ਤ੍ਰਿਣਮੂਲ ਕਾਂਗਰਸ ਦਾ ਗਠਨ ਕਰ ਲਿਆ ਤੇ ਪੰਜਾਬ ਦੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿੰਗ ਵਜੋਂ ਉਹਨਾਂ ਨੇ ਪ੍ਰਧਾਨ ਦਾ ਅਹੁਦਾ ਸਾਂਭ ਲਿਆ। ਪ੍ਰਧਾਨ ਦਾ ਅਹੁਦਾ ਸਾਂਭਣ ਤੋਂ ਬਾਅਦ ਫਿਰ ਵੀ ਕੋਈ ਗੱਲ ਨਾ ਬਣੀ, ਕਿਉਂਕਿ ਉਸ ਦਾ ਕੋਈ ਆਧਾਰ ਨਹੀਂ ਸੀ ਬਣਨਾ, ਇੱਥੇ ਕੋਈ ਗੱਲ ਬਣਨੀ ਨਹੀਂ ਸੀ। ਪਰ ਜਗਮੀਤ ਸਿੰਘ ਬਰਾੜ ਹੋਣਾ ਨੇ ਫਿਰ ਪਾਸਾ ਪਲਟਿਆ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਹੋਮ ਕਮਿੰਗ ਇਸ ਨੂੰ ਆਖਿਆ ਗਿਆ ਕਿ ਦੁਬਾਰਾ ਆਪਣੇ ਘਰ ਵਾਪਸੀ ਉਹਨਾਂ ਨੇ ਕਰ ਲਈ ਹੈ। ਇੱਥੇ ਆਉਣ ਤੋਂ ਬਾਅਦ ਜੋ ਅਕਾਲੀ ਦਲ ਦੀ ਹਾਲਤ ਹੋਈ ਹੈ ਉਹ ਸਾਰਿਆਂ ਨੂੰ ਪਤਾ ਹੈ ਪਿਛਲੇ 7-8 ਸਾਲਾਂ ਦੇ ਵਿੱਚ। ਔਰ ਇੱਕ ਇੱਕ ਪੈਰ ਤੇ ਵਿਰੋਧਤਾ ਔਰ ਵੋਟਾਂ ਦੇ ਵਿੱਚ ਕਰਾਰੀਆਂ ਹਾਰਾਂ, ਬਹੁਤ ਥੋੜ੍ਹੇ ਉਹ ਮੌਕੇ ਮਿਲੇ ਜਿੱਥੇ ਜਿਹੜਾ ਸੀ ਉਹ ਪਾਰਟੀ ਨੂੰ ਖੁਸ਼ੀ ਜਿਹੜੀ ਹੈ ਉਹ ਵੇਖਣੀ ਨਸੀਬ ਹੋਈ। ਪਰ ਜਗਮੀਤ ਸਿੰਘ ਬਰਾੜ ਇਸ ਸਭ ਦੇ ਗਵਾਹ ਨੇ ਤੇ ਹੁਣ ਇਸ ਗੱਲ ਨੂੰ ਸਮਝਦੇ ਵੀ ਨੇ ਕਿ ਕੁਝ ਨਾ ਕੁਝ ਕਰਨਾ ਪੈਣਾ ਹੈ। ਪਰ ਉਹਨਾਂ ਦਾ ਸਿੱਧਾ ਸੁਖਬੀਰ ਬਾਦਲ ਨੂੰ ਚੈਲੰਜ ਕਰਨਾ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਉਹ ਕੋਈ ਜ਼ੋਰਦਾਰ ਵਾਰ ਨਹੀਂ ਹੈ ਸੁਖਬੀਰ ਬਾਦਲ ਤੇ, ਕਿਉਂਕਿ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਸਿੱਧਾ ਚੈਲੰਜ ਅਜੇ ਵੀ ਪਾਰਟੀ ਵਿੱਚ ਕੋਈ ਨਹੀਂ ਹੈ। ਮਨਪ੍ਰੀਤ ਸਿੰਘ ਅਜਾਲੀ ਦਾ ਨਾਮ ਆਉਂਦਾ ਹੈ, ਇੱਕ ਅੱਧੇ ਦਾ ਹੋਰ ਆ ਜਾਂਦਾ ਹੈ। ਨਾਰਾਜ਼ ਬਹੁਤੇ ਨੇ, ਪਰ ਕਿੰਨੇ ਕੁ ਨਾਰਾਜ਼ ਨੇ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿ ਸਕਦੇ ਨੇ, ਅਸਤੀਫਾ ਮੰਗ ਸਕਦੇ ਨੇ ਪਬਲਿਕਲੀ। ਜਿਵੇਂ ਕਹਿੰਦੇ ਨੇ ਕਿ ਬਗਾਵਤ ਹੋ ਸਕਦੀ ਹੈ, ਇਸ ਗੱਲ ਵੱਲ ਅਜੇ ਕੋਈ ਤੁਰਦਾ ਜਾਪਦਾ ਨਹੀਂ। ਛੋਟੇ ਮੋਟੇ ਅਹੁਦੇਦਾਰ ਹੋਣਗੇ, ਕੁਝ ਨਾਮ ਜਿਹੜੇ ਨੇ ਚਰਚਾ ਵਿੱਚ ਜ਼ਰੂਰ ਆਏ ਨੇ। ਮਨਪ੍ਰੀਤ ਅਜਾਲੀ ਦਾ ਹੈ, ਗੁਰਪ੍ਰਤਾਪ ਸਿੰਘ ਵਡਾਲਾ ਦਾ ਹੈ, ਹੋਰ ਆਗੂ। ਇਹ ਆਵਾਜ਼ਾਂ ਉੱਠੀਆਂ ਨੇ ਕਿ ਇਹਨਾਂ ਨੂੰ ਸਮਾਂ ਦਿੱਤਾ ਜਾਵੇ। ਜਗਮੀਤ ਸਿੰਘ ਬਰਾੜ ਨੇ ਵੀ ਇਹੋ ਆਖਿਆ ਕਿ ਨਵੀਂ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਸੁਖਬੀਰ ਸਿੰਘ ਬਾਦਲ ਫੇਲ ਹੋ ਚੁੱਕੇ ਨੇ ਤੇ ਸਾਨੂੰ ਜਿਹੜੀ ਇਸ ਦਾ ਜਿਹੜਾ ਢਾਂਚਾ ਹੈ ਜਾਂ ਇਸ ਦੇ ਆਗੂ ਨੂੰ ਬਦਲਣ ਦੀ ਲੋੜ ਹੈ। ਹੁਣ ਬਲਵਿੰਦਰ ਸਿੰਘ ਭੂੰਦੜ ਕੀ ਕਹਿੰਦੇ ਨੇ, ਪਹਿਲਾਂ ਉਹਦੀ ਗੱਲ ਕਰ ਲਈਏ। ਬਲਵਿੰਦਰ ਸਿੰਘ ਭੂੰਦੜ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੰਗ ਦੇ ਦੌਰਾਨ ਜਰਨੈਲ ਨਹੀਂ ਬਦਲੇ ਜਾਂਦੇ। ਮੈਂ ਉਹਨਾਂ ਨੂੰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਇਹ ਜੰਗ ਨਹੀਂ ਹੈ ਕੋਈ। ਜੰਗ ਦੇ ਦੌਰਾਨ ਜਰਨੈਲ ਜ਼ਰੂਰ ਨਹੀਂ ਬਦਲੇ ਜਾਂਦੇ, ਪਰ ਜੰਗ 2024 ਚ ਹੋਣੀ ਹੈ ਵੱਡੀ, ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ। ਜੇ ਤੁਸੀਂ ਇਲੈਕਸ਼ਨਾਂ ਨੂੰ ਜੰਗ ਮੰਨਦੇ ਹੋ ਤੇ ਸੁਖਬੀਰ ਸਿੰਘ ਬਾਦਲ ਨੂੰ ਜਰਨੈਲ ਹੀ ਮੰਨ ਲੈਂਦੇ। ਪਹਿਲੀ ਤੇ ਗੱਲ ਇਹ ਮੰਨਣ ਵਾਲੀ ਗੱਲ ਕੋਈ ਨਹੀਂ। ਵੋਟਾਂ ਹੁੰਦੀਆਂ ਨੇ ਤੇ ਜਰਨੈਲ ਜਿਹੜੇ ਜਰਨੈਲ ਹੁੰਦੇ ਨੇ ਉਹ ਕੁਝ ਉਹਨਾਂ ਦਾ ਹੋਰ ਕੰਮ ਹੁੰਦਾ ਹੈ ਤੇ ਇੱਥੇ ਤੇ ਸਿਆਸਤਬਾਜ਼ੀ ਹੈ, ਇੱਥੇ ਉਹ ਗੱਲ ਨਹੀਂ ਹੁੰਦੀ। ਹੁਣ ਗੱਲ ਇਹ ਹੈ ਕਿ ਜੇ ਉਹ ਸਮਝਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਬਦਲਣਾ ਜ਼ਰੂਰੀ ਨਹੀਂ ਤੇ ਇਹ ਤੋਂ ਬਿਨਾਂ ਜਿਹੜੀ ਗੱਲ ਕਰਨੀ ਹੈ ਕਰ ਲਓ, ਤਾਂ ਫਿਰ ਗੱਲ ਇਹ ਹੈ ਕਿ ਜੇ ਪਿਛਲੇ ਸਾਲਾਂ ਦੇ ਜਿਹੜੇ ਕੁਝ ਗਲਤ ਫੈਸਲੇ ਹੋਏ, ਗਲਤੀਆਂ ਹੋਈਆਂ, ਉਹਨਾਂ ਸਾਰਿਆਂ ਦਾ ਜੇ ਹਿਸਾਬ ਕਿਤਾਬ ਲਾਉਣਾ ਹੋਵੇ ਤੇ ਜ਼ਿੰਮੇਵਾਰੀ ਤੇ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ। ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਹੋਏ ਨੇ। ਉਹਨਾਂ ਨੇ ਕਿਸੇ ਨੂੰ ਪੁੱਛਿਆ ਤੱਕ ਨਹੀਂ। 2-3 ਬੰਦਿਆਂ ਦੀ ਪਾਰਟੀ ਹੁੰਦੀ ਸੀ, ਉਹਨਾਂ ਨੂੰ ਬਿਠਾ ਕੇ ਫੈਸਲਾ ਸੁਣਾ ਦਿੱਤਾ ਜਾਂਦਾ ਸੀ ਤੇ ਜਿਹੜੇ ਥੱਲੇ ਦੇ MLA ਨੇ ਜਾਂ ਛੋਟੇ ਮੋਟੇ ਮੰਤਰੀ ਨੇ, ਉਹਨਾਂ ਨੂੰ ਪੁੱਛਿਆ ਤੱਕ ਨਹੀਂ ਸੀ ਜਾਂਦਾ, ਭਾਈ ਤੁਹਾਡੀ ਵੀ ਕੋਈ ਬੁਕਤ ਹੈ ਜਾਂ ਨਹੀਂ, ਆਹ ਫੈਸਲਾ ਲੈਣ ਲੱਗੇ ਆ, ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ। ਮੈਂ ਇੱਕ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਤਾਂ ਉਸ ਮੁਆਫੀ ਦੇਣ ਦੀ ਖਬਰ ਜਦੋਂ ਦੇਣੀ ਸੀ, ਮੰਤਰੀ ਮੰਡਲ ਦੀ ਬੈਠਕ ਜਾਂ MLA ਦੀ ਮੀਟਿੰਗ ਇੱਕ ਬੁਲਾ ਲਈ ਗਈ। ਉਸ ਤੋਂ ਪਹਿਲਾਂ ਉਸ ਮੀਟਿੰਗ ਦੇ ਵਿੱਚ ਕੋਈ ਮੁੱਦੇ ਹੋਰ ਛੇੜ ਕੇ ਉਹਨਾਂ ਤੇ ਬਹਿਸ ਕੀਤੀ ਜਾ ਰਹੀ ਸੀ, ਗੱਲਬਾਤ ਕੀਤੀ ਜਾ ਰਹੀ ਸੀ, ਵਿਚਾਰ ਵਟਾਂਦਰਾ ਹੋ ਰਿਹਾ ਸੀ। ਵਿਚਾਰ ਵਟਾਂਦਰੇ ਦੇ ਦੌਰਾਨ ਇੱਕ ਵਿੱਚੋਂ ਸੀਨੀਅਰ ਕੈਬਨਿਟ ਮੰਤਰੀ ਉੱਠ ਕੇ ਖਲੋ ਜਾਂਦੇ ਨੇ ਤੇ ਕਹਿੰਦੇ ਸੁਣੋ ਵੀ ਇੱਕ ਖਬਰ ਆਈ ਹੈ, ਉਹ ਖਬਰ ਬਹੁਤ ਵਧੀਆ ਹੈ ਤੇ ਖਬਰ ਸੁਣ ਕੇ ਤੁਸੀਂ ਖੁਸ਼ ਹੋ ਜਾਣਾ। ਉਹ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮੁਆਫੀ ਦੇ ਦਿੱਤੀ ਗਈ ਹੈ। ਹੁਣ ਉੱਥੇ ਮੌਜੂਦ ਇੱਕ MLA ਦਾ ਮੈਂ ਨਾਮ ਨਹੀਂ ਹੁਣ ਮੈਂ ਇੱਥੋਂ ਆਪ ਜੀ ਨੂੰ ਦੱਸਾਂਗਾ, ਪਰ ਉਹਨੇ ਦੱਸਿਆ ਕਿ ਉਸੇ ਵੇਲੇ ਜਿਹੜੇ ਬੈਠੇ ਹੋਏ ਜਿਹੜੇ ਉੱਥੇ ਅਕਾਲੀ ਜਿਹੜੇ ਛੋਟੇ ਆਗੂ ਸੀ, MLA ਵੀ ਸੀ, ਉਹ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਗਏ ਕਿ ਇਹ ਖੁਸ਼ੀ ਵਾਲੀ ਖਬਰ ਕਿਹੜੀ ਹੋਈ। ਇਹ ਹੁਕਮ ਇਹ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਕੀ ਆਪ ਦੇ ਸਕਦੇ ਨੇ ਜਾਂ ਉਹਨਾਂ ਕੋਲੋਂ ਦਬਾਇਆ ਗਿਆ ਤੇ ਫਿਰ ਇਹ ਮੀਟਿੰਗ ਵਾਲਾ ਡਰਾਮਾ ਕਰਨ ਦੀ ਕੀ ਲੋੜ ਸੀ। ਹੁਣ ਇਸ ਗੱਲ ਤੋਂ ਸਾਨੂੰ ਸਮਝ ਆਉਂਦਾ ਹੈ ਕਿ ਮੁਆਫੀ ਵੀ ਆਪ ਦਵਾਈ ਗਈ। ਜਦੋਂ ਲੋਕਾਂ ਨੇ ਡਟ ਕੇ ਰੱਜ ਕੇ ਵਿਰੋਧ ਕੀਤਾ ਤੇ ਫਿਰ ਮੁਆਫੀ ਵਾਪਸ ਲੈ ਲਈ ਗਈ। ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਤੇ ਇੰਨੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਜਿਹੜੇ ਸਿੱਖ ਕੌਮ ਦੇ ਪੱਖੀ ਫੈਸਲੇ ਨਾ ਲੈ ਕੇ ਅਕਾਲੀ ਦਲ ਦੇ ਇਸ਼ਾਰੇ ਤੇ ਬਹੁਤ ਸਾਰੇ ਅਜਿਹੇ ਫੈਸਲੇ ਲੈ ਲਏ ਜੋ ਸਾਡੇ ਹਿੱਤ ਵਿੱਚ ਕਿਤੇ ਵੀ ਫਿੱਟ ਨਹੀਂ ਸੀ ਬੈਠਦੇ। ਹੁਣ ਬਲਵਿੰਦਰ ਸਿੰਘ ਭੂੰਦੜ ਦੀ ਗੱਲ ਅਸੀਂ ਮੈਂ ਜਾਰੀ ਰੱਖਦਾ ਕਿ ਜੰਗ ਦੌਰਾਨ ਜਰਨੈਲ ਨਹੀਂ ਬਦਲੇ ਜਾਂਦੇ। ਭਾਈ ਇਹ ਜੇ ਤੁਸੀਂ ਇਹਨੂੰ ਜਰਨੈਲ ਮੰਨ ਵੀ ਲਿਆ ਤੇ ਇਹ ਜਰਨੈਲ 3-4 ਜੰਗਾਂ ਹਾਰ ਚੁੱਕਾ ਹੈ, ਬੁਰੀ ਤਰ੍ਹਾਂ ਹਾਰ ਚੁੱਕਾ ਹੈ। ਉਹਦੀ ਗੱਲ ਲੋਕ ਮੰਨਣ ਨੂੰ ਤਿਆਰ ਨਹੀਂ। ਉਸ ਦੇ ਸੈਨਾਪਤੀ ਜਿਹੜੇ ਨੇ ਤੇ ਉਸ ਦੇ ਲੜਾਕੇ ਜਿਹੜੇ ਨੇ ਉਹ ਉਸ ਨੂੰ ਜਰਨੈਲ ਮੰਨਣ ਨੂੰ ਤਿਆਰ ਨਹੀਂ। ਤੇ ਤੁਸੀਂ ਉਸ ਨੂੰ ਜਰਨੈਲ
ਕਿਵੇਂ ਲੋਕ ਉਹਨਾਂ ਦੇ ਸਿਰ ਤੇ ਬਿਠਾ ਸਕਦੇ ਹੋ। ਹੁਣ ਗੱਲ ਇਹ ਹੈ, ਮੈਨੂੰ ਲੱਗਦਾ ਹੈ ਕਿ ਇੱਕ ਚੰਗਾੜੀ ਭੁਣਕਣ ਦੀ ਲੋੜ ਹੈ। ਇੱਕ ਚੰਗਾੜੀ ਜਿਹੜੀ ਹੈ ਜੇ ਉਹ ਉੱਠ ਪੈਂਦੀ ਹੈ ਤੇ ਫਿਰ ਇਸ ਨੂੰ ਜਾਂ ਇੱਕ ਕਹਿ ਲਓ ਵੀ ਥੋੜ੍ਹੀ ਜਿਹੀ ਹਵਾ ਵਗਦੀ ਆ ਜੇ ਤੇ ਵਾਪ ਰੌਲਾ ਬਣਨ ਲੱਗਿਆ ਸਮਾਂ ਨਹੀਂ ਲੱਗਣਾ। ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਇੱਕ ਦਿਨ ਹੋਣਾ ਹੀ ਹੋਣਾ ਹੈ। ਔਰ ਇਕਬਾਲ ਸਿੰਘ ਝੂੰਦਾ ਕਮੇਟੀ ਦੀ ਜਿਹੜੀ ਸਿਫਾਰਿਸ਼ ਹੈ, ਉਹਨਾਂ ਨੇ ਕਹਿ ਦਿੱਤਾ ਕਿ ਜਥੇਬੰਦਕ ਢਾਂਚਾ ਜਿਹੜਾ ਭੰਗ ਕਰ ਦਿਓ। ਹੁਣ ਉਸ ਦੇ ਵਿੱਚ ਅਹੁਦੇ ਦੌਰਾਨ ਜਿੰਨੇ ਨੇ ਸਾਰਿਆਂ ਦੇ ਅਹੁਦੇ ਖਤਮ ਕਰ ਦਿੱਤੇ ਜਾਣਗੇ। ਸਿਫਾਰਿਸ਼ਾਂ ਲਾਗੂ ਕਰਨ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ। ਆਪੇ ਬਣਾਈ ਕਮੇਟੀ ਆਪਣੇ ਹੀ ਇਕਬਾਲ ਸਿੰਘ ਨੇ, ਉਹਨਾਂ ਨੇ ਜੋ ਕਹਿ ਦੇਣਾ ਬਸ ਉਹ ਬਾਦਲ ਸਾਹਿਬ ਦੇ ਨਾਲ ਉਹਨਾਂ ਦੀਆਂ ਫੋਟੋਆਂ ਵੀ ਆਉਣੀਆਂ ਪਰ ਸ਼ੁਰੂ ਹੋ ਕੁਲਦੀਪ ਜੀ, ਗਈਆਂ ਨੇ। ਸਵਾਲ ਬੜੀ ਵੀ ਖੜਾ ਹੁੰਦਾ ਹੈ ਕਿ ਜੇ ਜਥੇਬੰਦਕ ਢਾਂਚਾ ਭੰਗ ਕਰਨਾ ਹੈ ਤੇ ਉਹਦੇ ਨਾਲ ਪਾਰਟੀ ਦਾ ਢਾਂਚਾ ਠੀਕ ਹੋ ਜੂ। ਹੋ ਤੇ ਜਾਂਦਾ ਹੈ, ਇਹਨੂੰ ਮੰਨਣਾ ਪਏਗਾ। ਜਥੇਬੰਦਕ ਢਾਂਚਾ ਜਿਹੜਾ ਆ, ਜੇ ਤੇ ਉਹ ਗੱਲ ਹੈ, ਜਿਵੇਂ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਕਿ ਕੋਈ ਵਿਅਕਤੀ ਆ ਕਿਤੇ ਉਹ ਥੱਕਾ ਟੁੱਟਾ, ਉਸਦੇ ਲਿਬੜੇ ਹੋਏ ਕੱਪੜੇ ਨੇ, ਉਹ ਬੁਰਾ ਹਾਲ ਹੈ ਤੇ ਉਹ ਕਹਿੰਦਾ ਕਿ ਮੈਂ ਜਰਾ ਫਰੈਸ਼ ਹੋਵਾਂ, ਮੈਂ ਜਰਾ ਹੁਣ ਇਸ਼ਨਾਨ ਕਰ ਲਵਾਂ ਤੇ ਇਸ਼ਨਾਨ ਕਰਕੇ ਮੈਂ ਵਧੀਆ ਆਪਣੇ ਆਪ ਨੂੰ ਫੀਲਿੰਗ ਲਿਆਵਾਂ ਤੇ ਕੁਛ ਚੰਗਾ ਖਾਵਾਂ ਪੀਵਾਂ ਤੇ ਐਨਰਜਾਈਜ਼ ਹੋ ਕੇ ਫਿਰ ਮੈਂ ਕੁਝ ਕੰਮ ਕਰਾਂ। ਇਹ ਤੇ ਉਹ ਗੱਲ ਕਰ ਰਹੇ ਨੇ ਕਿ ਇੱਕ ਵਾਰੀ ਹਾਂ ਠੀਕ ਹੈ, ਇਹ ਗੱਲ ਨੂੰ ਮੰਨ ਗਏ ਨੇ ਕਿ ਸਾਡੀ ਹਾਲਤ ਬੁਰੀ ਹੈ ਤੇ ਸਾਨੂੰ ਐਨਰਜਾਈਜ਼ ਹੋਣ ਦੀ ਲੋੜ ਹੈ। ਪਰ ਉਸ ਤੋਂ ਅੱਗੇ ਕੀ ਚੱਲ ਰਹੇ ਨੇ? ਉਸ ਤੋਂ ਅੱਗੇ ਨਹੀਂ ਤੁਰ ਰਹੇ। ਉਸ ਤੋਂ ਅੱਗੇ ਸਿਰਫ ਇੱਥੇ ਰੁਕ ਗਏ ਨੇ ਕਿ ਨਾ ਅਸੀਂ ਲੈਣਾ ਹੈ ਤੇ ਖਾਣਾ ਵੀ ਅਸੀਂ ਉਹੀ ਖਾਣਾ ਜਿਹਦੇ ਨਾਲ ਬਿਮਾਰ ਹੋਏ ਸਾਂ ਤੇ ਕੱਪੜੇ ਵੀ ਅਸੀਂ ਉਹ ਪਾਏ ਸੀ ਜਿਹੜੇ ਮੈਲੇ ਕੁਚਲੇ ਨੇ ਤੇ ਜਿਨ੍ਹਾਂ ਨੂੰ ਕੋਈ ਵੇਖਣ ਨੂੰ ਤਿਆਰ ਨਹੀਂ। ਹੁਣ ਜਥੇਬੰਦਕ ਢਾਂਚਾ ਭੰਗ ਕਰਕੇ ਜੇ ਤੇ ਦੁਬਾਰਾ ਉਹ ਕੁਝ ਹੀ ਕਰ ਦਿੱਤਾ ਜਾਂਦਾ ਹੈ, ਫਿਰ ਤੇ ਕੋਈ ਮਤਲਬ ਨਹੀਂ। ਲੋਕ ਇਹਨੇ ਬੇਵਕੂਫ ਨਹੀਂ ਹੈਗੇ, ਕਮਲੇ ਨਹੀਂ ਹੈਗੇ ਵੀ ਜਿਹੜੇ ਕਦੇ ਅਕਾਲੀ ਦਲ ਦੇ ਇੰਨੇ ਵੱਡੇ ਵੋਟਰ ਹੋਇਆ ਕਰਦੇ ਸੀ ਤੇ ਇੰਨੇ ਪਿੱਛੇ ਹਟ ਗਏ ਨੇ। ਕੋਈ ਵੱਡੇ ਕਾਰਨ ਹੋਣਗੇ। ਜਥੇਬੰਦਕ ਢਾਂਚਾ ਇਹ ਕੀ ਆ? ਤੁਸੀਂ ਜ਼ਿਲ੍ਹਾ ਪ੍ਰਧਾਨ ਲਾ ਤੇ ਸਰਕਲ ਪ੍ਰਧਾਨ ਲਾ ਤੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਤੇ ਦੂਸਰਾ ਰੱਖ ਦਿਓਗੇ। ਪਰ ਯੈਸ, ਜੇ ਵਾਕਿਆ ਹੀ ਪਹਿਲਾਂ ਲੋਕਾਂ ਦੇ ਸਾਹਮਣੇ ਪਲਾਨ ਰੱਖੋਗੇ ਕੋਈ ਭਾਈ ਸਾਡਾ ਅੱਜ ਤੋਂ ਆਹ ਮਕਸਦ ਹੋਵੇਗਾ, ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹ ਇਸ ਤਰ੍ਹਾਂ ਚਲਾਵਾਂਗੇ। ਪੰਜਾਬ ਦੇ ਵਿੱਚ ਆਹ ਸਾਡੇ ਤੋਂ ਗਲਤੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਕਬੂਲ ਕਰਦੇ ਹਾਂ, ਸਾਡੀ ਝੋਲੀ ਪਾਓ, ਅਗਾਂਹ ਵਾਸਤੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਾਂਗੇ। ਚਾਹੇ ਉਸ ਕੰਮ ਲਈ ਸਾਨੂੰ ਪ੍ਰਧਾਨ ਬਦਲੀ ਕਰਨਾ ਪੈ ਜਾਏ, ਕੋਈ ਬਦਲੀ ਕਰਨਾ ਪੈ ਜਾਏ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਾਂਗੇ। ਸਾਡੇ ਲਿਫਾਫਿਆਂ ਵਿੱਚੋਂ ਪ੍ਰਧਾਨ ਨਹੀਂ ਨਿਕਲਣਗੇ। ਇਹ ਗੱਲਾਂ ਕਰਨ ਵਾਲੀਆਂ ਨੇ। ਪਰ ਗੱਲ ਇਹ ਹੈ ਕਿ ਹੁਣ ਦੇਖੋ ਜੀ, ਪੰਥਕ ਸ਼ਖਸੀਅਤਾਂ, ਬੁੱਧੀਜੀਵੀ, ਲੇਖਕ, ਨੌਜਵਾਨ ਵਰਗ, ਇਹਨਾਂ ਨੂੰ ਨਾਲ ਜੋੜੋ, ਔਰਤਾਂ ਨੂੰ ਨਾਲ ਜੋੜੋ। ਜੋੜਨ ਨੂੰ ਕੀ ਹੈ? ਮੈਂ ਹੈਰਾਨ ਹਾਂ ਕਿ ਜਿਹੜੀਆਂ ਇਹਨਾਂ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਸੁਖਬੀਰ ਬਾਦਲ ਦੇ ਰੋਡ ਸ਼ੋਅ ਦੇ ਵਿੱਚ ਜਿੰਨੇ ਵਿਅਕਤੀ ਹੁੰਦੇ ਸਨ, ਉਨੀਆਂ ਵੋਟਾਂ ਵੀ ਨਹੀਂ ਨਿਕਲੀਆਂ ਡੱਬਿਆਂ ਦੇ ਮਸ਼ੀਨਾਂ ਦੇ ਵਿੱਚੋਂ ਕਈ ਜਗ੍ਹਾ ਤੇ। ਹੁਣ ਇਹਦਾ ਕੀ ਮਤਲਬ ਹੈ? ਨਾਲ ਜੋੜਨ ਦਾ ਕੀ ਮਤਲਬ ਹੈ? ਆਓ ਜੀ, ਆਓ ਜੀ, ਆਓ ਜੀ, ਸਰੋਪਾ ਪਾਓ ਜੀ, ਆਓ ਜੀ, ਸਰੋਪਾ ਪਾਓ, ਆ ਵੀ ਅਕਾਲੀ ਦਲ ਵਿੱਚ ਸ਼ਾਮਲ, ਆਹ ਪੰਚਾਇਤ ਅਕਾਲੀ ਦਲ 'ਚ ਸ਼ਾਮਲ। ਉਹ ਕਿੱਥੇ ਗਏ ਨੇ ਸਾਰੇ? ਉਹ ਰਾਤੋਂ ਰਾਤ ਤੇ ਗੁੰਮ ਨਹੀਂ ਹੋਏ। ਇਸੇ ਤਰ੍ਹਾਂ ਹੌਲੀ ਹੌਲੀ ਬੰਦੇ ਖਤਮ ਹੋਏ ਨੇ, ਟੁੱਟੇ ਨੇ। ਜਦੋਂ ਇਲਾਕੇ ਦੇ ਮੋਹਤਬਰ ਸੱਜਣ ਜਿਹੜੇ ਕਦੇ ਇਲਾਕੇ ਦੀ ਖੈਰ ਖੁਆਹ ਹੁੰਦੇ ਸਨ, ਉਹਨਾਂ ਸਾਰਿਆਂ ਨੂੰ, ਅਕਾਲੀ ਦਲ ਦੇ ਪੁਰਾਣੇ ਆਗੂਆਂ ਨੂੰ ਤੁਸੀਂ ਛੱਡ ਕੇ ਨਵਿਆਂ ਨੂੰ, ਜਿਹੜਾ ਸੀ ਕੁਝ ਇਹੋ ਜਿਹੇ ਲੋਕਾਂ ਨੂੰ ਅੱਗੇ ਲੈ ਆਓ ਜੋ ਸਿਰਫ ਪੈਸੇ ਇਕੱਠੇ ਕਰਨ ਤੱਕ ਜਿਨ੍ਹਾਂ ਦਾ ਕੰਮ ਸੀ, ਚੌਧਰ ਪਾਉਣੇ ਤੱਕ ਜਿਨ੍ਹਾਂ ਦਾ ਕੰਮ ਸੀ, ਉਸ ਤੋਂ ਗਾਂ ਕੁਝ ਨਹੀਂ ਸੀ। ਇਹ ਸਾਰਾ ਜਥੇਬੰਦਕ ਢਾਂਚਾ ਕੰਮ ਕਰ ਸਕਦਾ ਹੈ ਨਵਾਂ, ਜੇ ਵਾਕਿਆ ਨੀਅਤ ਠੀਕ ਹੋਵੇ ਤੇ ਨੀਤੀਆਂ ਦੁਬਾਰਾ ਤੈਅ ਕਰਨੀਆਂ ਪੈਣਗੀਆਂ। ਇਸ ਤਰ੍ਹਾਂ ਦੋ ਚਾਰ ਗੱਲਾਂ ਕਿ ਨੌਜਵਾਨਾਂ ਨੂੰ, ਔਰਤਾਂ ਨੂੰ ਇਹਦੇ ਨਾਲ ਜੋੜ ਲਓ, ਤੁਸੀਂ ਆਪਣੀ ਨੀਤੀ ਲੋਕਾਂ ਦੇ ਸਾਹਮਣੇ ਰੱਖੋ, ਆਪਣਾ ਕੰਸਟੀਟਿਊਸ਼ਨ ਲੋਕਾਂ ਦੇ ਸਾਹਮਣੇ ਰੱਖੋ। ਭਾਈ ਸਾਡਾ ਆਹ ਮਕਸਦ ਹੋਵੇਗਾ। ਅਸੀਂ ਇਹਨਾਂ ਵਿਸ਼ਿਆਂ ਤੋਂ ਭਟਕਾਂਗੇ ਨਹੀਂ ਕਦੇ ਵੀ। ਅਸੀਂ ਕਿਸੇ ਪਾਰਟੀ ਨਾਲ ਸਾਂਝ ਜਦੋਂ ਪਾਵਾਂਗੇ, ਉਹਨਾਂ ਨਾਲ ਕੋਈ ਕੋਲੀਸ਼ਨ ਸਰਕਾਰ ਕਿਤੇ ਬਣਾਉਣ ਦੀ ਲੋੜ ਪੈਂਦੀ ਹੈ, ਅਸੀਂ ਆਪਣੇ ਵਰਕਰਾਂ ਨੂੰ ਪੁੱਛਾਂਗੇ, ਅਸੀਂ ਵੋਟਰਾਂ ਨੂੰ ਪੁੱਛਾਂਗੇ ਕਿ ਭਾਈ ਇਹ ਗੱਲ ਠੀਕ ਹੈ ਕਿ ਗਲਤ ਹੈ। ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਤੇ ਉਂਗਲੀ ਉੱਠਦੀ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਸਰੂਪਾਂ ਦਾ ਚਾਹੇ ਮਸਲਾ ਹੋਵੇ, ਚਾਹੇ ਉਹ ਰਾਗੀਆਂ ਕਥਾਵਾਚਕਾਂ ਦੀ ਭਰਤੀ ਦਾ ਹੋਵੇ, ਜਾਂ ਹੋਰ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਹੋਵੇ, ਅਸੀਂ ਉਸ ਵਿੱਚ ਟਰਾਂਸਪੇਰੈਂਸੀ ਲਿਆਵਾਂਗੇ। ਸਾਡਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਇਹਨਾਂ ਮੁੱਦਿਆਂ ਤੇ ਅਸੀਂ ਉਂਗਲੀ ਉਠਾਈਏ ਐਸਜੀਪੀਸੀ ਤੇ ਜਾਂ ਹੋਰ ਕਿਸੇ ਕੰਮ ਤੇ। ਧਾਰਮਿਕ ਮੁੱਦੇ ਨੇ, ਸਿੱਖਾਂ ਦੇ ਆਪਣੇ ਮੁੱਦੇ ਨੇ, ਪਰ ਜਦੋਂ ਕੁਝ ਗਲਤ ਹੋਵੇਗਾ ਫਿਰ ਤੁਸੀਂ ਜਵਾਬਦੇਹ ਹੋਵੋਗੇ। ਤੁਸੀਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਗੱਲ ਹੋਈ ਸੀ ਕਿ ਸਾਡਾ ਆਪਣਾ ਚੈਨਲ ਹੋਣਾ ਚਾਹੀਦਾ, ਉਹ ਗੱਲ ਕਿੱਥੇ ਪਹੁੰਚੀ ਹੈ? 6 ਮਹੀਨੇ ਹੋ ਚੱਲੇ ਨੇ, ਠੰਡੇ ਬਸਤੇ ਵਿੱਚ ਪਈ ਹੋਈ ਹੈ। ਤੁਸੀਂ ਉਹ ਗੱਲ ਤੇ ਕਰੋ। ਲੋਕ, ਤੁਹਾਡੇ ਕੋਲ ਇੰਨੀ ਵੱਡੀ ਅਜੇ ਵੀ ਪਾਵਰ ਹੈ ਸ਼੍ਰੋਮਣੀ ਕਮੇਟੀ ਦੇ ਰੂਪ ਦੇ ਵਿੱਚ, ਉਹਦੀ ਵਰਕਿੰਗ ਸਹੀ ਕਰੋ, ਫਿਰ ਗੱਲ ਕਰਾਂਗੇ। ਜੀ, ਜਗਮੀਤ ਸਿੰਘ ਬਰਾੜ ਦੀ ਚਿੱਠੀ ਤੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ। ਉਹਨਾਂ ਨੇ ਚਿੱਠੀ ਦੇ ਵਿੱਚ ਇੱਕ ਹੋਰ ਗੱਲ ਲਿਖੀ ਸੀ। ਉਹ ਕਹਿੰਦੇ ਸੀ ਵੀ ਇੱਕ ਪਰਿਵਾਰ ਤੇ ਇੱਕ ਟਿਕਟ, ਇਹਦੇ ਤੇ ਪਹਿਰਾ ਦਿਓ। ਤੇ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ, ਉਹ ਤੇ ਪਹਿਲਾਂ ਹੀ ਪੰਜਾਬ ਨੂੰ ਖਾ ਡੁੱਬੀ ਹੈ। ਪਰਿਵਾਰਵਾਦ ਦੀ ਰਾਜਨੀਤੀ ਨੇ ਵੈਸੇ ਹਰ ਜਗ੍ਹਾ ਹੀ ਖਾਧਾ ਹੋਇਆ।
ਮੈਂ ਕਈ ਵਾਰੀ ਸੋਚਦਾ ਹੁੰਦਾ ਸਾਂ ਸਵਲੀਨ ਕਿ ਜਦੋਂ ਅਸੀਂ ਦੱਖਣ ਭਾਰਤ ਦੀਆਂ ਜਦੋਂ ਕਾਲਜ ਜਾਂ ਯੂਨੀਵਰਸਿਟੀ ਜਾਂਦੇ ਸੀ ਕਿ ਕਹਿੰਦੇ ਹੁੰਦੇ ਸੀ ਕਿ ਦੱਖਣ ਭਾਰਤ ਦੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਨੇ, ਬਹੁਤ ਵਧੀਆ ਫਿਲਮਾਂ ਬਣਦੀਆਂ ਨੇ, ਬਹੁਤ ਸੋਹਣਾ ਹੁੰਦਾ, ਐਕਸ਼ਨ ਹੁੰਦਾ ਹੈ, ਦਿਸ ਐਂਡ ਦਾ। ਕਦੇ ਬਹੁਤੀਆਂ ਵੇਖੀਆਂ ਨਹੀਂ ਸੀ। ਕਿਤੇ ਇੱਕ ਅੱਧੀ ਫੇਰ ਥੋੜ੍ਹਾ ਬਹੁਤਾ ਮੌਕਾ ਮਿਲਿਆ ਕਿ ਕੀ ਹੈ ਅਕਸਰ। ਫਿਰ ਉਹ ਦੇਖਦੇ ਆ ਕਿ ਉਹ ਲੋਕ ਕਿਵੇਂ ਪੂਜਾ ਕਰਨ ਲੱਗ ਪਏ, ਚਾਹੇ ਉਹਨਾਂ ਦੇ ਆਪਣੇ ਐਕਟਰਾਂ ਦੀ, ਚਾਹੇ ਉਹ ਜੈ ਲਲਿਤਾ ਹੋਵੇ, ਚਾਹੇ ਉਹ ਚਿਰੰਜੀਵੀ ਹੋਵੇ, ਹੋਰ ਪਤਾ ਨਹੀਂ ਕਿੰਨੇ, ਕਮਲ ਹਸਨ ਵੀ ਆ ਗਏ ਨੇ। ਬਹੁਤ ਸਾਰੇ ਇਹੋ ਜਿਹੇ ਉਹਨਾਂ ਦੇ ਆਰਟਿਸਟ ਨੇ, ਉਹ ਲੋਕ ਉਹਨਾਂ ਨੂੰ ਇੱਕ ਫੋਲੋਇੰਗ ਉਹਨਾਂ ਦੀ ਇਸ ਤਰ੍ਹਾਂ ਦੀ ਬਣਾ ਲੈਂਦੇ ਨੇ, ਫਿਰ ਜੋ ਉਹ ਸਹੀ ਕਰਨ ਗਲਤ ਕਰਨ ਉਹਨਾਂ ਨੂੰ ਪੂਜਦੇ ਹੀ ਜਾਂਦੇ ਨੇ। ਹੂੰ। ਪਰਿਵਾਰਵਾਦ ਉਹਨਾਂ ਵਿੱਚ ਵੀ ਆ ਗਿਆ। ਉਹਨਾਂ ਵਿੱਚੋਂ ਗਾਂਹ ਤੋਂ ਗਾਂਹ ਜਿਹੜੇ ਨੇ ਆਪਣੇ ਆਪਣੇ ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ ਲਾਂਚ ਕਰਦੇ ਰਹੇ ਨੇ। ਸ਼੍ਰੀਲੰਕਾ ਵਿੱਚ ਦੇਖੋ ਕੀ ਹੋਇਆ, ਪਰਿਵਾਰਵਾਦ ਦੀ ਸਭ ਤੋਂ ਭੈੜੀ ਉਦਾਹਰਨ ਉੱਥੇ ਪੇਸ਼ ਕੀਤੀ ਗਈ। ਪਾਕਿਸਤਾਨ ਵਿੱਚ ਕੀ ਹੈ, ਉਹੋ ਹੀ 2-3 ਫੈਮਿਲੀਜ਼ ਨੇ ਜਿਹੜੀਆਂ ਪਾਕਿਸਤਾਨ ਵਿੱਚ ਸਿਖਰ ਤੇ ਬੈਠੀਆਂ ਹੋਈਆਂ ਨੇ। ਭਾਰਤ ਦੇ ਕੇਂਦਰੀ ਰਾਜਨੀਤਿਕ ਦੇ ਧੁਰੇ ਤੇ ਕਾਂਗਰਸ ਵੱਲੋਂ ਅੱਜ ਤੱਕ ਕੀ ਕੀਤਾ ਗਿਆ? ਇਹ ਸਾਰਾ ਕੁਝ ਸਾਰੇ ਪਾਸੇ ਇਹੋ ਗੱਲ ਹੈ। ਪਰ ਗੱਲ ਇਹ ਹੈ ਕਿ ਮੈਂ ਸਮਝਦਾ ਗੱਲ ਸਹਿੰਦੀ ਸਹਿੰਦੀ ਹੋਵੇ। ਕੈਨੇਡਾ ਦੀ ਉਦਾਹਰਨ ਵੀ ਦਈਏ ਤੇ ਜਸਟਿਨ ਟਰੂਡੋ ਦੇ ਪਿਤਾ ਪੀਅਰ ਟਰੂਡੋ ਵੀ ਇੱਥੇ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ। ਉਹ ਭਾਵੇਂ ਕਿ ਕਾਫੀ ਸਮਾਂ ਉਹਨਾਂ ਨੂੰ ਹੋ ਗਿਆ ਸੀ ਕਿ ਇੱਥੇ ਬਹੁਤ ਸਾਲ ਪਹਿਲਾਂ ਉਹ ਪ੍ਰਧਾਨ ਮੰਤਰੀ ਰਹੇ ਸੀ ਤੇ ਉਹਨਾਂ ਦੀ ਮੌਤ ਤੋਂ ਕਾਫੀ ਸਾਲ ਬਾਅਦ ਜਸਟਿਨ ਜਿਹੜੇ ਨੇ ਉਹ ਆਗੂ ਬਣੇ ਨੇ ਤੇ ਫਿਰ ਤੀਸਰੀ ਵਾਰੀ ਹੁਣ ਪ੍ਰਧਾਨ ਮੰਤਰੀ ਬਣੇ ਨੇ। ਗੱਲ ਮੈਂ ਇਹ ਕਹਿਣਾ ਕਿ ਲੋਕਾਂ ਦਾ ਫਤਵਾ ਤਾਂ ਲਓ, ਪਹਿਲਾਂ ਲੋਕਾਂ ਨੂੰ ਪੁੱਛੋ ਤਾਂ ਸਹੀ ਉਹ ਕੀ ਚਾਹੁੰਦੇ ਨੇ। ਤੁਸੀਂ ਆਪਣਿਆਂ ਨੂੰ ਪ੍ਰਧਾਨਗੀਆਂ, ਆਪਣਿਆਂ ਨੂੰ ਮੰਤਰੀ ਮੰਡਲ, ਇਹ ਗੱਲ ਠੀਕ ਆ ਜਗਮੀਤ ਸਿੰਘ ਬਰਾੜ ਦੀ, ਪਰ ਇੰਨਾ ਸਖਤੀ ਨਾਲ ਪਹਿਰਾ ਦੇ ਨਹੀਂ ਹੋਣਾ ਅਜੇ। ਤੇ ਆਮ ਆਦਮੀ ਪਾਰਟੀ ਇਸ ਤੋਂ ਬਚੀ ਹੋਈ ਜਾਪਦੀ ਹੈ। ਪਹਿਲਾਂ ਤਾਂ ਉਹਨਾਂ ਦਾ ਇੰਟਰਸਟ ਹੋਵੇਗਾ ਕਿ ਉਹ ਕੀ ਕਰਦੇ ਨੇ ਇੱਕ ਪਰਿਵਾਰ ਇੱਕ ਟਿਕਟ ਦੇ ਮੁੱਦੇ ਤੇ। ਜੀ ਬਿਲਕੁਲ, ਗੱਲ ਆਮ ਆਦਮੀ ਪਾਰਟੀ ਦੀ ਵੀ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੋਣੇ ਹਾਂ। ਇਸ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦੀ। ਉਹਨਾਂ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ ਤੇ ਕਈ ਹਜ਼ਾਰ ਕਿੱਲੇ ਜ਼ਮੀਨ ਜਿਹੜੀ ਹੈ ਵੱਡੇ ਰਸੂਖਦਾਰਾਂ ਦੇ ਥੱਲਿਓਂ ਧੂ ਲਈ ਹੈ। ਸਿਮਰਨਜੀਤ ਸਿੰਘ ਮਾਨ ਦੇ ਪੁੱਤ ਕੋਲੋਂ ਵੀ ਕੁਝ ਏਕੜ ਜ਼ਮੀਨ ਨਿਕਲੀ ਹੈ ਤੇ ਉਹਨਾਂ ਦਾ ਜਿਹੜਾ ਦੋਤਾ ਆ ਉਹਨੇ ਕਿਹਾ ਕਿ ਮੈਂ ਮਾਨ ਸਰਕਾਰ ਤੇ ਕੇਸ ਕਰ ਦੇਣਾ ਮਾਣਹਾਨੀ ਦਾ। ਮੇਰੇ ਮਾਮੇ ਕੋਲ ਤਾਂ 13-14 ਕਿੱਲੇ ਜ਼ਮੀਨ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਉਹਨਾਂ ਕੋਲੋਂ ਵੀ ਕੁਛ ਜ਼ਮੀਨ ਨਿਕਲੀ ਆ। ਭਲਾ ਕਿੰਨਾ ਰਕਬਾ ਦੱਸਿਆ ਜੀ? 125 ਏਕੜ। ਚਲੋ, ਇਹ ਗੱਲ ਜੇ ਓਵਰਆਲ ਸਾਰੇ ਅੰਕੜੇ ਤੇ ਨਿਗਾਹ ਮਾਰੀ ਜਾਵੇ ਤਾਂ ਫਿਰ ਕੁਛ ਜ਼ਮੀਨ ਹੀ ਕਿਹਾ ਜਾਵੇਗਾ। ਜੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਸੀਂ ਗੱਲ ਮੰਨੀਏ ਤੇ 9000 ਏਕੜ ਤੋਂ ਵੱਧ ਜਿਹੜੀ ਆ ਜ਼ਮੀਨ ਹੁਣ ਤੱਕ ਛੁਡਵਾਈ ਗਈ ਹੈ। ਜੀ। ਵੈਸੇ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਪਿੰਡਾਂ ਵਿੱਚ ਅਖਬਾਰਾਂ ਦੀਆਂ ਖਬਰਾਂ ਬਣ ਜਾਂਦੀਆਂ ਨੇ ਕਿ 2 ਫੁੱਟ ਦੇ ਬਦਲੇ 1 ਫੁੱਟ ਬਦਲੇ 6 ਇੰਚ ਬਦਲੇ ਗਲੀਆਂ ਨਾਲੀਆਂ ਵੱਟਾਂ ਬੰਨਿਆਂ ਦੇ ਝਗੜਿਆਂ ਦੇ ਵਿੱਚ ਕੀ ਕੁਝ ਹੋ ਜਾਂਦਾ ਹੈ। ਤੇ 9000 ਏਕੜ ਪਰਵਾਹ ਹੀ ਨਹੀਂ ਹੈ ਲੋਕਾਂ ਨੂੰ। ਔਰ ਉਹ ਕਬਜ਼ੇ ਤੇ ਕਬਜ਼ਾ, ਕਬਜ਼ੇ ਤੇ ਕਬਜ਼ਾ। ਇੰਨੇ ਲੂਪ ਹੋਲ ਨੇ ਸਰਕਾਰੀ ਸਿਸਟਮ ਦੇ ਵਿੱਚ। ਜ਼ਮੀਨਾਂ ਦੀਆਂ ਕਿਸਮਾਂ ਇੰਨੀਆਂ ਨੇ, ਕੋਈ ਪੰਚਾਇਤ ਦੇ ਹੈ, ਕੋਈ ਮੁਸ਼ਤਰਕਾ ਮਾਲਕਾਨ ਹੈ, ਕੋਈ ਬਚਤ ਹੈ, ਕੋਈ ਸੈਂਟਰ ਗੌਰਮੈਂਟ ਦੀ ਹੈ, ਕੋਈ ਪੰਜਾਬ ਸਰਕਾਰ ਦੀ ਹੈ, ਕੋਈ ਕਿਸੇ ਦੀ ਹੈ, ਕੋਈ ਕਿਤੇ ਦੀ ਹੈ। ਸਭ ਕੁਝ ਨੂੰ ਜਿਹੜਾ ਹੈ ਉਹ ਸਮਝਦੇ ਨੇ ਇਹ ਲੋਕ ਜਿਹੜੇ ਜ਼ਮੀਨਾਂ ਤੇ ਇਸ ਤਰ੍ਹਾਂ ਕਾਬਜ਼ ਹੋ ਜਾਂਦੇ ਨੇ। ਇੱਕ ਹੈਰਾਨੀ ਦੀ ਗੱਲ ਇੱਕ ਹੋਰ ਆ। ਆਮ ਤੌਰ ਤੇ ਪਹਿਲਾਂ ਪਿੰਡਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਜੋ ਥੋੜ੍ਹਾ ਬਹੁਤਾ ਜੋ ਆਮ ਤੌਰ ਤੇ ਨੌਕਰੀ ਪੇਸ਼ਾ ਹੋ ਜਾਂਦਾ ਸੀ ਜਾਂ ਠੀਕ ਠਾਕ ਜਿਹਾ ਇੱਕ ਉਸਦਾ ਰਹਿਣ ਸਹਿਣ ਹੋ ਜਾਂਦਾ ਸੀ, ਕਿਸੇ ਲਾਗਲੇ ਸ਼ਹਿਰ ਵੱਲ ਨੂੰ ਭੱਜਦਾ ਸੀ ਕਿ ਜਾ ਕੇ ਉੱਥੇ ਰਣ ਬਸੇਰਾ ਬਣਾਈਏ, ਕੋਠੀ ਬਣਾਈਏ, ਕੋਈ ਪਲਾਟ ਲਈਏ, ਹੌਲੀ ਹੌਲੀ ਉੱਥੇ ਨੂੰ ਸ਼ਿਫਟ ਹੋਈਏ, ਬੱਚੇ ਪੜ੍ਹਾਉਣੇ ਨੇ, ਇਲਾਜ ਹੈ, ਫਲਾਨਾ ਫਲਾਨਾ। ਠੀਕ ਹੈ, ਇਹ ਸਾਡੇ ਰਾਜਨੀਤੀਵਾਨ ਤੇ ਰਸੂਖਵਾਨ ਨੇਤਾ, ਉਹਨਾਂ ਦੇ ਰਿਸ਼ਤੇਦਾਰ, ਪਰਿਵਾਰ ਤੇ ਹੋਰ ਪਤਾ ਨਹੀਂ ਗਾਂਹ ਕੌਣ ਕੌਣ ਉਹਨਾਂ ਦੇ ਸੱਜਣ ਮਿੱਤਰ, ਉਹ ਸਾਰਿਆਂ ਨੂੰ ਇੱਕੋ ਹੀ ਜਗ੍ਹਾ ਪਸੰਦ ਹੈ। ਉਹ ਹੈ ਚੰਡੀਗੜ੍ਹ ਦਾ ਆਸਾ ਪਾਸਾ, ਮੋਹਾਲੀ, ਸਿਸਮਾ। ਇਹ ਛੋਟਾ ਤਾਂ ਵੱਡਾ ਨੰਗਲ ਮੋਹਾਲੀ ਜ਼ਿਲ੍ਹੇ ਦਾ ਇਹ ਇੱਕ ਪਿੰਡ ਦੇ ਵਿੱਚੋਂ ਜ਼ਮੀਨ ਛੁਡਾਏ ਜਾਣ ਦੀਆਂ ਖਬਰਾਂ ਆਈਆਂ ਨੇ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਇੱਕ ਵੀਡੀਓ ਆਈ ਸੀ ਕੁਝ ਦਿਨ ਪਹਿਲਾਂ, ਜਿਸ ਵਿੱਚ ਉਹ ਆਪਣੇ ਅਫਸਰਾਂ ਦੇ ਨਾਲ ਸਿਸਮਾ ਦੇ ਵਿੱਚ ਖਲੋਤੇ ਨੇ, ਖੇਤਾਂ ਦੇ ਵਿੱਚ ਖੜੇ ਹੋਏ ਨੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਆਹ ਜ਼ਮੀਨ ਅਸੀਂ ਛੁਡਾ ਲਈ ਆ। ਉਹ ਕਹਿੰਦੇ ਹਾਂਜੀ ਛੁਡਾ ਲਈ ਆ। ਉਹ ਛੁਡਵਾਈ ਹੈ
ਕਹਿੰਦੇ ਜੀ ਉਹ ਵੀ ਛਡਵਾ ਲਈ ਹੈ। ਤੇ ਉਹ ਜਿਹੜਾ ਫਾਰਮ ਹੈ ਉਹ ਭਲਾ ਕਿਹਦਾ ਹੈ? ਉਹ ਕਹਿੰਦੇ ਜੀ ਉਹ ਕੈਪਟਨ ਸਾਹਿਬ ਦਾ ਸੀਸਮਾ ਫਾਰਮ ਹੈ ਜਿਹੜਾ। ਅੱਛਾ, ਇਹ ਉਹਦੇ ਨਾਲ ਵਾਲੀ ਉਹ ਜਿਹੜੀ ਉਹ ਛਡਵਾ ਲਈ, ਉਹ ਕਹਿੰਦੇ ਨਹੀਂ ਜੀ ਉੱਥੇ ਤੱਕ ਅਜੇ ਨਹੀਂ ਪਹੁੰਚੇ, ਅਸੀਂ ਕੋਈ ਨਹੀਂ ਹੌਲੀ ਹੌਲੀ ਪਹੁੰਚ ਜਾਣਾ। ਪਰ ਉਹ ਜਿਹੜੀ ਪੈਲੀ ਆ ਉਹ ਉੱਥੇ ਲਾਗੇ ਅਸੀਂ ਨਾਲ ਜੁੜ ਗਏ ਵਾਂ ਕੈਪਟਨ ਸਾਹਿਬ ਦੇ ਫਾਰਮ ਨਾਲ ਕਿ ਨਹੀਂ? ਉਹ ਕਹਿੰਦੇ ਜੀ ਜੁੜ ਗਏ, ਬਸ ਵੀ ਅਸੀਂ ਪਹੁੰਚ ਗਏ ਜੀ ਉਹਨਾਂ ਤੱਕ, ਅਸੀਂ ਨਾਲ ਸਾਡਾ ਬੰਨੇ ਨਾਲ ਬੰਨਾ ਲੱਗ ਗਿਆ ਤੇ ਅਸੀਂ ਪਹੁੰਚ ਜਾਣਾ। ਇੱਕ ਗੱਲ ਹੈ, ਚਲੋ ਜ਼ਮੀਨ ਛਡਵਾਉਣੀ ਵੀ ਹੈ, ਸਰਕਾਰ ਦੇ ਅਸਲ ਅੰਕੜੇ ਅਜੇ ਕੁਝ ਮਹੀਨਿਆਂ ਨੂੰ ਸਾਹਮਣੇ ਆਉਣਗੇ। ਉਹ ਇਸ ਕਰਕੇ ਮੈਂ ਕਹਿ ਰਿਹਾ ਕਿ ਕੁਝ ਜ਼ਮੀਨਾਂ ਪਹਿਲਾਂ ਵੀ ਛਡਵਾਈਆਂ ਗਈਆਂ, ਉਹਨਾਂ ਵਿੱਚੋਂ ਕੁਝ ਬੰਦਿਆਂ ਨੂੰ ਅਦਾਲਤਾਂ ਤੋਂ ਰਾਹਤ ਮਿਲੀ ਵੀ ਆ, ਉਹ ਹੁਣ ਅਦਾਲਤਾਂ ਵੱਲ ਨੂੰ ਭੱਜ ਰਹੇ ਨੇ ਕਿ ਸਾਡੇ ਕੋਲ ਜਾਇਜ਼ ਤਰੀਕੇ ਨਾਲ ਸੀ ਜ਼ਮੀਨਾਂ ਇਹੋ। ਪਰ ਗੱਲ ਇੱਕ ਹੈ ਵੀ ਇਹ ਜਿਹੜੇ ਜਿੰਨੀਆਂ ਇਸ ਤਰ੍ਹਾਂ ਇੰਨੀਆਂ ਵੱਡੀਆਂ ਜ਼ਮੀਨਾਂ ਕਿਸ ਨੇ ਛਟੀਆਂ ਹੋਈਆਂ ਨੇ? ਉੱਥੇ ਨੀਮ ਪਹਾੜੀ ਇਲਾਕਾ ਹੈ ਉਹ, ਉਸ ਇਲਾਕਿਆਂ ਦੇ ਵਿੱਚ ਇੰਨੀ ਮਹਿੰਗੇ ਭਾਅ ਦੀ ਜ਼ਮੀਨ ਤੇ ਸਾਰੇ ਇਹ ਲੋਕ ਕਿਵੇਂ ਕਾਬਜ਼ ਹੋ ਗਏ? ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਦੀ ਗੱਲ ਨੂੰ ਅੱਜ ਜਿਹੜਾ ਕੀਤਾ ਜਾ ਰਿਹਾ, ਉਹ ਮੈਂ ਸਮਝਦਾ ਕਿ ਰਾਜਨੀਤਿਕ ਤੌਰ ਤੇ ਜੇ ਮੈਂ ਜਿਹੜੇ ਸਾਡੇ ਅੱਜ ਦੇ ਕੋਈ 20-25 ਸਾਲ ਦੇ ਜਿਹੜੇ ਵੋਟਰ ਨੇ, ਉਹ ਜਾਂ ਪੰਜਾਬ ਦੀ ਰਾਜਨੀਤੀ ਮੈਨੂੰ ਸਮਝਣ ਵਾਲੇ ਸੋਸ਼ਲ ਮੀਡੀਆ ਤੇ ਐਕਟਿਵ ਲੋਕ ਨੇ, ਵਰਗ ਹੈ ਜਿਹੜਾ ਉਹ, ਉਹਨਾਂ ਨੂੰ ਜੇ ਅੱਜ ਤੋਂ 4 ਮਹੀਨੇ ਪਹਿਲਾਂ ਪੁੱਛਿਆ ਜਾਂਦਾ ਕਿ ਇਮਾਨ ਸਿੰਘ ਮਾਨ ਕੌਣ ਹੈ, ਤਾਂ ਜਾਂ 6 ਮਹੀਨੇ ਪਹਿਲਾਂ ਇਹ ਪੁੱਛਿਆ ਜਾਂਦਾ ਕਿ ਕੀ ਸਿਮਰਨਜੀਤ ਸਿੰਘ ਮਾਨ ਨੂੰ ਵੀ ਵੋਟ ਪਾਓਗੇ ਤੁਸੀਂ ਕਦੀ, ਤਾਂ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਹੋਣਾ ਕਿ ਉਹਨਾਂ ਦੀ ਪਾਰਟੀ ਦਾ ਨਾਂ ਕੀ ਹੈ ਤੇ ਉਹਨਾਂ ਦਾ ਚੋਣ ਨਿਸ਼ਾਨ ਕੀ ਹੈ। ਸਿਮਰਨਜੀਤ ਸਿੰਘ ਮਾਨ ਦਾ ਪੰਜਾਬ ਦੇ ਸਿਆਸੀ ਧਰਾਤਲ ਤੇ ਉਭਾਰ ਤੇ ਇਮਾਨ ਸਿੰਘ ਮਾਨ ਦਾ ਸ਼ਹੀਦ ਭਗਤ ਸਿੰਘ ਦੀ ਸਿੱਖ ਅਜਾਇਬ ਘਰ ਦੇ ਵਿੱਚੋਂ ਫੋਟੋ ਹਟਾਉਣ ਵਾਲਾ ਬਿਆਨ, ਇਹ ਦੋਵਾਂ ਨੂੰ ਫੋਰਫਰੰਟ ਤੇ ਲਾਇਆ। ਭਾਵੇਂ ਉਹ ਵਿਵਾਦ ਹੀ ਬਣਿਆ, ਪਰ ਵਾਦ ਤੇ ਹੋਇਆ ਨਾ, ਸੰਵਾਦ ਕਹਿ ਲਓ, ਵਿਵਾਦ ਕਹਿ ਲਓ, ਜੋ ਵੀ ਕਹਿ ਲਓ, ਗੱਲ ਤੇ ਹੋਣ ਲੱਗੀ ਹੈ ਨਾ। ਸੋ ਇਮਾਨ ਸਿੰਘ ਮਾਨ ਜਿਹੜੇ ਨੇ ਉਹ ਆਏ ਨੇ, ਪਰ ਅੱਜ ਦੀ ਜਿਹੜੀ ਕਾਰਵਾਈ ਹੈ ਇਹ ਖਾਸ ਗੱਲ ਹੈ ਸਮਝਣ ਵਾਲੀ ਕਿ ਸਿਰਫ ਅੱਜ ਦੱਸਿਆ ਜਾ ਰਿਹਾ ਕਿ ਸਰਕਾਰੀ 2828 ਏਕੜ ਜ਼ਮੀਨ ਜਿਹੜੀ ਹੈ ਉਹ ਛੁਡਾਈ ਗਈ ਹੈ। ਸੁਖਪਾਲ ਸਿੰਘ ਖਹਿਰਾ ਜਿਹੜੇ ਕਹਿੰਦੇ ਹੁੰਦੇ ਸੀ ਪੰਜਾਬ ਸਰਕਾਰ ਨੂੰ ਕਿ ਆਹ ਦੇਖੋ ਸੂਚੀ, ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਆ ਚੰਡੀਗੜ੍ਹ ਦੇ ਲਾਗੇ ਪੈਰਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਜ਼ਮੀਨ ਹੈ, ਇਹਨੂੰ ਸਾਂਭ ਲਓ। ਤੇ ਫਿਰ ਜਦੋਂ ਤੁਸੀਂ ਇਹਨੂੰ ਸਾਂਭ ਲਓਗੇ ਫਿਰ ਗੱਲ ਕਰਿਓ, ਤੁਸੀਂ ਆਸੇ-ਪਾਸੇ ਨਾ ਭੱਜੇ ਫਿਰੋ, ਤੁਸੀਂ 2-2 4-4 ਕਿੱਲੇ ਛਡਵਾਉਣ ਦੀ ਦੂਰ ਪਾਰ ਜਾ ਕੇ ਗੱਲ ਨਾ ਕਰੋ। ਮੰਤਰੀ ਸਾਹਿਬ ਇੰਨੀ ਦੂਰ ਜਾਣ ਦੀ ਲੋੜ ਨਹੀਂ। ਖੈਰ, ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ਇਸ ਕਾਰਵਾਈ ਦੇ ਵਿੱਚ ਸਭ ਤੋਂ ਵੱਡੀ ਗੱਲ ਅੱਜ ਦੀ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਰਹੇ ਤੇ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਬਹੁਤ ਵੱਡੇ ਅਫਸਰ ਜਿਹੜੇ ਸੀ ਉਹ ਸ਼ਾਮਲ ਰਹੇ। ਹੁਣ ਜ਼ਮੀਨ ਜਿੰਨੀ ਅੱਜ ਛਡਾਈ ਗਈ ਹੈ ਇਸ ਦੀ ਕੀਮਤ 300 ਕਰੋੜ ਦੇ ਲਾਗੇ ਛਾਗੇ ਜਿਹੜੀ ਹੈ ਉਹ ਦੱਸੀ ਗਈ ਹੈ। ਕੁਝ ਜ਼ਮੀਨ ਦੇ ਵਿੱਚ ਨਜਾਇਜ਼ ਕਬਜ਼ੇ ਵੀ ਸੀ, ਉਹਨਾਂ ਵਿੱਚ ਦੱਸਿਆ ਕਿ ਖੈਰ ਦੀ ਲੱਕੜ ਲੱਗੀ ਹੋਈ ਹੈ। ਖੈਰ ਜਿਹੜਾ ਹੈ ਇਸ ਨੂੰ ਕੱਥਾ ਵੀ ਆਖ ਦਿੰਦੇ ਨੇ। ਕੱਥਾ ਜਿਹੜਾ ਇਹ ਕਈ ਕਿਸਮ ਦੇ ਕੰਮ ਆਉਂਦਾ ਹੈ। ਇਹ ਦਰਖਤ ਜਿਹੜਾ ਮੈਡੀਸਨਲ ਪਰਪਸ ਲਈ ਵੀ ਇਸ ਨੂੰ ਵਰਤਿਆ ਜਾਂਦਾ ਹੈ, ਇਸ ਕਰਕੇ ਮਹਿੰਗਾ, ਇਸ ਦਾ ਬਹੁਤਾ ਵੱਡਾ ਦਰਖਤ ਨਹੀਂ ਹੁੰਦਾ, ਛਿੱਲ ਇਸ ਦੀ ਬਹੁਤ ਕੰਮ ਆਉਂਦੀ ਹੈ। ਸਾਰਾ ਇਸ ਦਾ ਜੋ ਤਾਣਾ ਹੁੰਦਾ ਹੈ ਉਹ ਸਾਰਾ ਹੀ ਕੰਮ ਆ ਜਾਂਦਾ ਹੈ ਤੇ ਉਸ ਨੂੰ ਵਰਤ ਕੇ ਤੇ ਫਿਰ ਉਸ ਤੋਂ ਦਵਾਈਆਂ ਤੇ ਹੋਰ ਚੀਜ਼ਾਂ ਅੱਗੇ ਤਿਆਰ ਕੀਤੀਆਂ ਜਾਂਦੀਆਂ ਨੇ। ਇਸ ਦੀ ਚੋਰੀ ਬਹੁਤ ਸਾਲਾਂ ਤੋਂ ਹੋ ਰਹੀ ਹੈ, ਦੁਬਾਰਾ ਲਾ ਵੀ ਦਿੱਤਾ ਜਾਂਦਾ ਹੈ, ਫਿਰ ਫੁੱਟ ਪੈਂਦਾ, ਫਿਰ ਤਿਆਰ ਹੋ ਜਾਂਦਾ, ਫਿਰ ਜੇਬਾਂ ਭਰਦੇ ਨੇ ਲੋਕ। ਸਰਕਾਰੀ ਇਸ ਖਜ਼ਾਨੇ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਅੱਜ ਤੱਕ ਲੁੱਟਿਆ ਗਿਆ। ਇਹ ਇਕੱਲਾ ਚੰਡੀਗੜ੍ਹ ਨਹੀਂ, ਸਾਰੇ ਨੀਮ ਪਹਾੜੀ ਇਲਾਕੇ ਨੇ, ਪੰਜਾਬ ਦੇ 3-4 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਹੈ, ਹੁਸ਼ਿਆਰਪੁਰ ਹੈ, ਰੂਪਨਗਰ ਹੈ, ਇਹਨਾਂ ਸਾਰਿਆਂ ਦੇ ਕੰਢੇ ਤੇ ਕੰਢੀ ਏਰੀਆ ਦੇ ਵਿੱਚ ਇਹ ਦਰਖਤ ਲੱਗੇ ਹੋਏ ਨੇ। ਉਹਨਾਂ ਸਾਰਿਆਂ ਨੂੰ ਬਚਾ ਲਿਆ ਜਾਵੇ ਤਾਂ ਪੰਜਾਬ ਦਾ ਵੱਡਾ ਸਰਮਾਇਆ ਖਜ਼ਾਨਾ ਹੈ। ਤੇ ਸਰਕਾਰ ਨੇ ਅੱਜ ਦੱਸਿਆ ਕਿ ਜਿਹੜੀ ਅੱਜ ਜ਼ਮੀਨ ਛਡਾਈ ਗਈ ਇਸ ਵਿੱਚੋਂ 30 ਕਰੋੜ ਦਾ ਕੱਥਾ ਹੀ ਲੱਗਾ ਹੋਇਆ ਹੈ। ਜੇ ਉਹਨੂੰ ਬਚਾ ਲਿਆ ਜਾਵੇ ਤਾਂ ਉਹੀ ਸਾਡਾ ਜਿਹੜਾ ਕਿੰਨਿਆਂ ਦਾ ਕਰੋੜਾਂ ਦਾ ਬਣਦਾ। ਸੋ ਜੇ ਇਹ ਗੱਲ ਅੰਕੜੇ ਸੱਚੇ ਨੇ ਤੇ ਫਿਰ ਲੂੰ ਕੰਡੇ ਖੜੀ ਕਰਨ ਵਾਲੀ ਗੱਲ ਹੈ, ਕੋਈ ਆਮ ਜੀ ਗੱਲ ਨਹੀਂ। ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਕੋਲੋਂ ਦੱਸਿਆ ਕਿ ਇਮਾਨ ਸਿੰਘ ਮਾਨ ਦੇ ਕੋਲੋਂ 150 ਏਕੜ ਛਡਾਈ ਗਈ ਤੇ ਉਹਨਾਂ ਦੇ ਭਾਣਜੇ ਕੋਲੋਂ ਦੱਸਿਆ ਜਾ ਰਿਹਾ ਕਿ ਉਸ ਕੋਲੋਂ ਵੀ ਜ਼ਮੀਨ ਛਡਾਈ ਗਈ ਹੈ। ਉਹਨਾਂ ਦੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ ਜਿਹੜੀ ਹੈ ਛਡਾਈ ਗਈ ਹੈ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟੇ ਕੋਲੋਂ ਹਰਮਨਦੀਪ ਸਿੰਘ ਤੋਂ ਵੀ ਜਿਹੜਾ 5 ਏਕੜ ਜ਼ਮੀਨ ਛਡਾਈ ਗਈ ਹੈ। ਤੇ ਇੱਕ ਹੋਰ ਦੱਸਿਆ ਗਿਆ ਕਿ ਫੌਜਾ ਸਿੰਘ ਨਾਂ ਦੀ ਇੱਕ ਪ੍ਰਾਈਵੇਟ ਕੰਪਨੀ ਹੈ, ਉਸ ਦੇ ਵਿੱਚ 16 ਬੰਦਿਆਂ ਦੇ ਨਾਂ ਤੇ ਜ਼ਮੀਨ ਬੋਲਦੀ ਹੈ। ਉਸ ਜਿਹੜੀ ਹੈ ਉਸ ਕੋਲ 1100 ਏਕੜ ਜ਼ਮੀਨ ਇਕੱਲੀ ਉਸ ਕੰਪਨੀ ਦੇ ਕੋਲ ਹੈ। ਉਹ ਕਿਸ ਤਰੀਕੇ ਨਾਲ ਹੈ, ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹਦੇ ਤੇ ਵੀ ਕਾਰਵਾਈ ਹੋਵੇਗੀ। ਸੋ ਵੱਡੀ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਹੈ। ਇਸ ਦਾ ਇੱਕ ਹੋਰ ਵੀ ਕੰਮ ਹੈ। ਦੇਖੋ, ਸ਼ਹੀਦ ਭਗਤ ਸਿੰਘ ਤੇ ਬਹਿਸ ਚੱਲ ਰਹੀ ਸੀ ਔਰ ਉਸ ਦੀ ਫੋਟੋ ਤੇ ਸ਼੍ਰੋਮਣੀ ਕਮੇਟੀ ਤੇ ਸਿਮਰਨਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਦੇ ਵਿੱਚ ਸਿੱਖ ਜੱਜਾਂ ਦਾ ਮੁੱਦਾ ਉਠਾ ਲਿਆ। ਨਾਲ ਦੀ ਨਾਲ ਵਿਨੋਦ ਘਈ ਦੀ ਨਿਯੁਕਤੀ ਦਾ ਮੁੱਦਾ ਵੀ ਉੱਠਿਆ ਹੋਇਆ ਸੀ। ਹੋਰ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਰਾਬਰ ਚੱਲ ਰਹੀਆਂ ਸੀ। ਕਦੇ ਡੀਜੀਪੀ ਦੀ ਗੱਲ ਹੈ, ਕਦੇ ਬੇਅਦਬੀ ਕਾਂਡ। ਉਹਨਾਂ ਸਾਰਿਆਂ ਮੁੱਦਿਆਂ ਤੇ ਉੱਤੇ ਇੱਕ ਵੱਡਾ ਐਕਸ਼ਨ ਕਰਕੇ ਇਹ ਜਿਵੇਂ ਸਰਕਾਰਾਂ ਕਰਦੀਆਂ ਨੇ, ਮੈਂ ਸਮਝਦਾ ਕਿ ਸਰਕਾਰ ਪੰਜਾਬ ਨੇ
ਕਿ ਜੇ ਵਾਕਿਆ ਛੁਡਾਈ ਹੈ ਤਾਂ ਬਹੁਤ ਵਧੀਆ ਗੱਲ ਹੈ, ਤੇ ਨਾਲ ਦੀ ਨਾਲ ਦੂਸਰੇ ਮੁੱਦਿਆਂ ਨੂੰ ਵੀ ਠੱਲ ਪਵੇਗੀ। ਜਿਵੇਂ ਪਹਿਲਾਂ ਪਿਛਲੇ ਪ੍ਰੋਗਰਾਮ 'ਚ ਆਖਿਆ ਸੀ ਕਿ ਕੁਝ ਗੱਲਾਂ ਤੇ ਅਸੀਂ ਖਾਮ-ਖਾ ਤੇ ਆਲੋਚਨਾ ਕਰ ਦਿੰਦੇ ਹਾਂ, ਜਿਹੜੀ ਸਾਨੂੰ ਕਰਨੀ ਬਣਦੀ ਨਹੀਂ, ਪਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਇਸ ਦੇ ਨਾਲ ਦੂਸਰੇ ਮੁੱਦਿਆਂ ਨੂੰ ਵੀ ਵਿਰਾਮ ਲੱਗੇਗਾ, ਜਿਹੜੇ ਅਸੀਂ ਕਈ ਖਾਮ-ਖਾ ਦੇ ਮੁੱਦੇ ਖੜੇ ਕਰ ਲਏ ਸਨ। ਜੀ, ਹੁਣ ਗੱਲ ਕਰਦੇ ਹਾਂ ਆਪੂ ਮਾਝੇ ਦਾ ਜਰਨੈਲ ਬਣਿਆ ਬਿਕਰਮ ਸਿੰਘ ਮਜੀਠੀਆ ਉਹਦੀ, ਪਰ ਇਸ ਵੇਲੇ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਅੱਜ ਪੰਜਾਬ ਸਰਕਾਰ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ, ਤੇ ਕਈ ਦਿਨਾਂ ਤੋਂ ਅਸੀਂ ਕਈ ਘਪਲਿਆਂ ਕਈ ਘੁਟਾਲਿਆਂ ਦੀਆਂ ਗੱਲਾਂ ਕਰਦੇ ਵੀ ਆਏ ਹਾਂ, ਸੁਣਦੇ ਵੀ ਆਏ ਹਾਂ, ਤੇ ਅੱਜ ਇੱਕ ਹੋਰ ਘੁਟਾਲਾ ਬੜਾ ਹਾਈਲਾਈਟ ਹੋਇਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਂ ਆ ਰਿਹਾ, ਕੁਝ 28 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ। ਕੀ ਹੈ ਜੀ ਪੂਰਾ ਮਾਮਲਾ ਅਸਲ ਵਿੱਚ ਭਖ ਰਿਹਾ ਸੀ ਕਈ ਦਿਨਾਂ ਤੋਂ। ਇਸ ਤੇ ਜਾਂਚ ਚੱਲ ਰਹੀ ਸੀ, ਜਾਂਚ ਇਸ ਦੀ ਕੀਤੀ ਗਈ ਹੈ। ਉਸ ਜਾਂਚ ਦੇ ਵਿੱਚ 2 IAS ਅਫਸਰ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਮ ਆਇਆ। ਅਸਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਖਤੂਪੁਰਾ ਪਿੰਡ, ਜੋ ਚੰਗੇ ਰੇਟ ਵਾਲੀ ਜ਼ਮੀਨ ਹੈ, ਚੰਗੀ ਜਗ੍ਹਾ ਤੇ ਲੋਕੇਸ਼ਨ ਹੈ, ਉਸ ਜ਼ਮੀਨ ਦੀ ਇਹ ਗੱਲ ਹੈ। ਇਸ ਜ਼ਮੀਨ ਨੂੰ ਇੱਕ ਅਲਫਾ ਇੰਟਰਨੈਸ਼ਨਲ ਕੰਪਨੀ ਨੂੰ ਜਿਹੜਾ ਹੈ ਉਹ ਵੇਚ ਦਿੱਤਾ ਗਿਆ। ਵੇਚਣ ਦੇ ਤੌਰ ਤਰੀਕਿਆਂ ਨੂੰ ਲੈ ਕੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ 2 IAS ਦੇ ਖਿਲਾਫ ਰਿਪੋਰਟ ਜਿਹੜੀ ਹੈ ਉਹ ਕੁਲਦੀਪ ਸਿੰਘ ਧਾਲੀਵਾਲ ਨੇ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਹੁਣ ਉਹਨਾਂ ਨੂੰ ਰਿਪੋਰਟ ਕਿਉਂ ਸੌਂਪੀ ਹੈ? ਕੁਲਦੀਪ ਸਿੰਘ ਧਾਲੀਵਾਲ ਇਹ ਕਹਿੰਦੇ ਨੇ ਕਿ ਕਿਉਂਕਿ ਇਸ ਜਾਂਚ ਦੇ ਵਿੱਚ ਇੱਕ ਸਾਬਕਾ ਮੰਤਰੀ ਤੇ 2 IAS ਆ ਗਏ ਨੇ ਮੌਜੂਦਾ, ਇਸ ਕਰਕੇ ਮੇਰੇ ਕੋਲ ਇਸ ਤੇ ਕਾਰਵਾਈ ਕਰਨ ਦਾ ਸਿੱਧਾ ਅਧਿਕਾਰ ਨਹੀਂ ਹੈ। ਇਸ ਤੇ ਕਾਰਵਾਈ ਦਾ ਅਧਿਕਾਰ ਮੁੱਖ ਮੰਤਰੀ ਦੇ ਕੋਲ ਹੈ, ਉਹ ਕਰ ਸਕਦੇ ਨੇ। ਸੋ ਮੁੱਖ ਮੰਤਰੀ ਕਾਰਵਾਈ ਕਰਨਗੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਸਾਬਕਾ ਪੰਚਾਇਤ ਤੇ ਪਿੰਡ ਵਿਕਾਸ ਮੰਤਰੀ ਰਹੇ ਨੇ, ਉਹਨਾਂ ਤੇ ਦੋਸ਼ ਹੈ ਕਿ ਇੱਕ ਜ਼ਮੀਨ ਹੈ ਜੋ ਉਹਨਾਂ ਨੇ ਇਲੈਕਸ਼ਨ ਹੋਣ ਤੋਂ ਬਾਅਦ ਉਸ ਦਾ ਨੋਟੀਫਿਕੇਸ਼ਨ ਇੱਕ ਜਾਰੀ ਕੀਤਾ, ਉਸ ਦੀ ਕਿਸਮ ਬਦਲ ਕੇ, ਉਸ ਦੀ ਸਾਰੀ ਕਾਰਵਾਈ ਪਾ ਕੇ, ਉੱਥੇ ਦੀ ਇੱਕ ਮੌਜੂਦਾ ਪੰਚਾਇਤ ਨੂੰ ਨਾਲ ਲੈ ਕੇ ਫਿਰ ਉਸ ਨੂੰ ਜਿਹੜਾ ਸੀ ਇੱਕ ਕੰਪਨੀ ਨੂੰ ਵੇਚ ਦਿੱਤਾ, ਜੋ ਕਿ ਸਰਾਸਰ ਗਲਤ ਸੀ। ਜਦੋਂ ਨੋਟੀਫਿਕੇਸ਼ਨ ਇਲੈਕਸ਼ਨਾਂ ਦਾ ਜਾਰੀ ਹੋਇਆ ਹੋਵੇ, ਚੋਣਾਂ ਹੋ ਚੁੱਕੀਆਂ ਹੋਣ, ਤੇ ਫਿਰ ਤੁਸੀਂ ਅਜਿਹਾ ਕੰਮ ਨਹੀਂ ਕਰ ਸਕਦੇ। ਤੁਸੀਂ ਭਾਵੇਂ ਸਰਕਾਰ ਦੇ ਵਿੱਚ ਤੁਹਾਡੇ ਕੋਲ ਮੌਜੂਦ ਹੁੰਦੇ ਹੋ, ਪਰ ਇਸ ਤਰ੍ਹਾਂ ਦੇ ਫੈਸਲੇ ਤੁਸੀਂ ਨਹੀਂ ਲੈ ਸਕਦੇ। ਜੇ ਪਹਿਲਾਂ ਵੀ ਇਹ ਫੈਸਲਾ ਸਰਕਾਰ ਵਿੱਚ ਹੁੰਦਿਆਂ ਵੀ ਲਿਆ ਹੁੰਦਾ, ਫਿਰ ਵੀ ਇਸ ਤੇ ਉਂਗਲ ਉੱਠ ਸਕਦੀ ਸੀ। ਹੁਣ ਤੇ ਤੁਸੀਂ ਲਿਆ ਹੀ ਉਦੋਂ ਹੈ ਜਦੋਂ ਸਰਕਾਰ ਦੇ ਵਿੱਚ ਤੁਹਾਡੇ ਦਿਨ ਪੁੱਗ ਚੁੱਕੇ ਸਨ। ਸੋ ਇਹ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੀ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ? ਕੀ ਸਾਬਕਾ ਜਿਹੜੇ IAS ਅਧਿਕਾਰੀ ਨੇ ਮੌਜੂਦਾ ਨੇ, ਕੀ ਉਹਨਾਂ ਤੇ ਕਾਰਵਾਈ ਹੋਵੇਗੀ? ਕੀ ਉਹ ਗ੍ਰਿਫਤਾਰ ਹੋਣਗੇ? ਇਹ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹਨਾਂ ਤੋਂ ਪਤਾ ਲੱਗੇਗਾ, ਕਿਉਂਕਿ ਸਾਰਾ ਥੱਬਾ ਜਿਹੜਾ ਕਾਗਜ਼ਾਂ ਦਾ ਉਹਨਾਂ ਦੇ ਕੋਲ ਦੇ ਦਿੱਤਾ ਗਿਆ। ਪਰ ਬਹੁਤ ਵੱਡੀ ਗੱਲ ਹੈ, ਜੇ ਇਸ ਤਰ੍ਹਾਂ ਦਾ ਕੋਈ ਹੋ ਜਾਂਦਾ ਹੈ ਤੇ ਫਿਰ ਸਪਸ਼ਟ ਤੌਰ ਤੇ ਜਿਹੜਾ ਮੈਂ ਸਮਝਦਾ ਕਿ ਬਹੁਤ ਵੱਡਾ ਮੈਸੇਜ ਹੋਵੇਗਾ। ਜਿਹੜੀ ਇਸ ਤਰ੍ਹਾਂ ਦੀਆਂ ਬੋਗਸ ਡੀਲਸ ਹੋਈਆਂ ਨੇ, ਇਹ ਜਿਵੇਂ ਪਹਿਲਾਂ ਦੱਸਿਆ ਸੀ ਕਿ ਜ਼ਮੀਨਾਂ ਦੀਆਂ ਕਿਸਮਾਂ ਬਹੁਤ ਨੇ, ਉਹ ਕਿਸਮਾਂ ਇੱਕ ਤੋਂ ਬਦਲ ਕੇ ਦੂਸਰੀ ਤੋਂ ਤੀਸਰੀ, ਉਹ ਕਿਹਦੇ ਕੋਲ ਅਧਿਕਾਰ ਹੈ, ਪੰਚਾਇਤਾਂ ਤੋਂ ਲਿਖਵਾ ਲੈਣਾ, ਮਤੇ ਪਵਾ ਲੈਣੇ, ਇਸ ਤਰ੍ਹਾਂ ਦੇ ਕੰਮ ਹੁੰਦੇ ਰਹਿੰਦੇ ਨੇ। ਸੋ ਉਸੇ ਚੱਕਰ ਦਾ ਇਹ ਅੰਮ੍ਰਿਤਸਰ ਦੇ ਤਖਤੂਪੁਰਾ ਪਿੰਡ ਦੀ ਜ਼ਮੀਨ ਦਾ। ਅਗਲੀ ਗੱਲ ਕਰਦੇ ਹਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਇਹਨਾਂ ਦੀ ਸਿਆਸੀ ਕੁੰਡਲੀ ਇਹਨਾਂ ਕੁਝ ਮਹੀਨਿਆਂ 'ਚ ਬਹੁਤੀ ਚੰਗੀ ਜਾਪਦੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਦੇ ਸਾਲੇ ਦੀ ਗੱਲ ਕਰਦੇ ਹਾਂ, ਹਰਸਿਮਰਤ ਕੌਰ ਦੇ ਲਾਡਲੇ ਵੀਰ ਦੀ ਗੱਲ ਕਰਦੇ ਹਾਂ। ਬਿਕਰਮ ਸਿੰਘ ਮਜੀਠੀਆ ਨੇ 24 ਫਰਵਰੀ ਨੂੰ ਸਰੈਂਡਰ ਕੀਤਾ ਸੀ। 5 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ, ਬਾਹਰ ਨਹੀਂ ਨਿਕਲਿਆ ਜਾ ਰਿਹਾ। ਕਦੇ ਸੁਪਰੀਮ ਕੋਰਟ ਦਾ ਬੂਹਾ ਭੰਨਦੇ ਨੇ, ਕਦੇ ਹਾਈ ਕੋਰਟ ਦਾ ਬੂਹਾ ਭੰਨਦੇ ਨੇ। ਅੱਜ ਵੀ ਸੁਣਵਾਈ ਸੀ ਤੇ ਅਦਾਲਤ ਨੇ ਫੈਸਲਾ ਜਿਹੜਾ ਉਹ ਸੁਰੱਖਿਅਤ ਰੱਖ ਲਿਆ। ਕੀ ਗੱਲ ਹੈ ਜੀ, ਇਹ ਬਾਹਰ ਨਿਕਲਣਗੇ ਮਜੀਠੀਆ ਸਾਹਿਬ ਕਿ ਥੋੜਾ ਟਾਈਮ ਹੋਰ ਹਲੇ ਅੰਦਰ ਰਹਿਣਾ ਪਊ ਇਹਨਾਂ ਨੂੰ? ਦੇਖੋ, ਸੋਮਵਾਰ ਤੱਕ ਤਾਂ ਪੱਕਾ ਹੀ ਹੈ। ਜਿਹੜਾ ਆਉਣ ਵਾਲਾ ਸੋਮਵਾਰ ਹੈ, ਉਦੋਂ ਤੱਕ ਅਦਾਲਤ ਨੇ ਜਿਹੜਾ ਹੈ 2 ਬੈਂਚਾਂ ਦੇ ਸਾਹਮਣੇ ਜਿਹੜੀ ਸੀ ਉਹ ਬਹਿਸ ਹੋਈ ਹੈ, ਤਿੱਖੀ ਬਹਿਸ ਹੋਈ ਹੈ। ਕਹਿੰਦੇ ਗਨੀਵ ਕੌਰ ਮਜੀਠੀਆ ਸਾਡੇ MLA ਸਾਹਿਬ, ਉਹ ਵੀ ਉੱਥੇ ਮੌਜੂਦ ਸਨ। ਹੁਣ ਜਿਹੜੇ ਤਾਂ ਇਹਨਾਂ ਨੇ ਫੈਕਟਸ ਐਂਡ ਫਿਗਰਸ ਦਿੱਤੇ ਨੇ, ਉਹ ਅਦਾਲਤ ਦੀ ਕਾਰਵਾਈ ਕੋਲ ਬੈਂਚਾਂ ਦੇ ਸਾਹਮਣੇ, ਡਬਲ ਬੈਂਚ ਦੇ ਸਾਹਮਣੇ ਸੁਣਵਾਈ ਹੋਈ ਹੈ। ਔਰ ਇੱਕ ਜਿਹੜਾ ਧਿਰਾਂ ਨੇ ਫੈਸਲਾ ਜਿਹੜਾ ਰਾਖਵਾਂ ਰੱਖਿਆ। ਰਾਖਵਾਂ ਇਸ ਕਰਕੇ ਰੱਖਿਆ ਹੈ ਕਿ ਕੁਝ ਕਾਗਜ਼ਾਤ ਹੋਰ ਦਾਖਲ ਕਰਨੇ ਪੈਣਗੇ, ਜੋ ਸੋਮਵਾਰ ਨੂੰ ਕੀਤੇ ਜਾਣੇ ਨੇ ਹੋਪਫੁਲੀ ਇਹਨਾਂ ਧਿਰਾਂ ਵੱਲੋਂ। ਉਹ ਕੀ ਹੋਵੇਗਾ, ਉਹਨਾਂ ਵਿੱਚ ਕੀ ਮੰਗਿਆ ਗਿਆ,
ਕਿਸ ਤਰ੍ਹਾਂ ਦੇ ਸਬੂਤ, ਕਿਹੜਾ ਇੰਨਾ ਵੱਡਾ ਕੇਸ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਇੰਨਾ ਸਟਰੋਂਗ ਕੇਸ ਪੈ ਗਿਆ ਜਿਸ ਕਰਕੇ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋ ਰਹੀ। ਨਸ਼ਿਆਂ ਦਾ ਕੇਸ ਹੈ, ਨਸ਼ਿਆਂ ਦੇ ਕੇਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਨੇ ਹੋ ਸਕਦੇ ਨੇ, ਕਿੰਨਾ ਵੱਡਾ ਕੇਸ ਹੈ। ਸਾਰੀ ਡਿਟੇਲ ਜਿਹੜੀ ਅਦਾਲਤ ਦੇ ਮੂਹਰੇ ਰੱਖੀ ਜਾਵੇਗੀ। ਕੀ ਬਿਕਰਮ ਸਿੰਘ ਮਜੀਠੀਆ ਭੱਜ ਸਕਦੇ ਨੇ? ਕੀ ਬਿਕਰਮ ਸਿੰਘ ਮਜੀਠੀਆ ਆਪਣਾ ਜਿਹੜਾ ਉਹਨਾਂ ਦੇ ਖਿਲਾਫ ਚੱਲ ਰਹੀ ਕਾਰਵਾਈ ਹੈ, ਜਾਂਚ ਹੈ, ਕਿ ਉਸ ਦੇ ਵਿੱਚ ਉਹ ਗਲਤ ਸਾਬਤ ਕਰ ਦਿੰਦੇ ਨੇ? ਉਹਨਾਂ ਦੇ ਵਕੀਲ, ਪਰਿਵਾਰ ਤੇ ਬੈਂਚ ਇਸ ਗੱਲ ਨੂੰ ਮੰਨ ਲੈਂਦਾ ਹੈ ਤੇ ਫਿਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋ ਸਕਦੀ ਹੈ। ਪਰ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨੇ, ਜਿਸ ਤਰ੍ਹਾਂ ਦਾ ਉਹਨਾਂ ਦੀ ਭੈਣ, ਉਹਨਾਂ ਦੇ ਭੈਣ ਜੀ ਹਰਸਿਮਰਤ ਕੌਰ ਬਾਦਲ ਤੇ ਪਤਨੀ ਗਨੀਮ ਮਜੀਠੀਆ ਨੇ, ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਇੱਕ ਮੰਗ ਪੱਤਰ ਦਿੱਤਾ ਸੀ ਰਾਜਪਾਲ ਨੂੰ ਕਿ ਦੇਖੋ 6 ਫੁੱਟ 2-3 ਇੰਚ ਦੇ ਬੰਦੇ ਨੂੰ 8x8 ਦੇ ਕੈਬਨ ਦੇ ਵਿੱਚ ਰੱਖਿਆ ਹੋਇਆ, ਬਹੁਤ ਤੰਗ ਹੈ, ਬੱਚੇ ਉਡੀਕ ਰਹੇ ਨੇ, ਉਹਨਾਂ ਦੇ ਮਾਤਾ ਜੀ ਬੜੇ ਫਿਕਰ ਵਿੱਚ ਨੇ। ਸ਼ਾਇਦ ਇਸੇ ਤਰ੍ਹਾਂ ਦਾ ਇਹ ਫੇਰ ਜਿਹੜਾ ਕੇਸ ਹੈ, ਜਾਂ ਆਪਣਾ ਪੁਰਾਣਾ ਕੋਈ ਹਵਾਲਾ ਦੇ ਕੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਕੇਸ ਜਿਹੜਾ ਪੁੱਟ ਅਪ ਕੀਤਾ ਜਾਵੇ। ਪਰ ਅਜੇ ਸੋਮਵਾਰ ਤੱਕ ਰਾਹਤ ਨਹੀਂ ਹੈ। ਬੈਂਚ ਦੇ ਦਿਮਾਗ ਵਿੱਚ ਸੋਮਵਾਰ ਨੂੰ ਕੀ ਆਉਂਦਾ ਹੈ ਤੇ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ, ਅਜੇ ਜਿਹੜਾ ਸੀ ਉਹ 29 ਜੁਲਾਈ ਮੇਰੇ ਖਿਆਲ ਹੈ ਉਹ ਦਿਨ ਜਿਹੜਾ ਅੱਜ ਰੱਖਿਆ ਗਿਆ ਸੀ, ਇਸ ਤੋਂ ਅਗਲੀ ਹੁਣ ਸੋਮਵਾਰ ਨੂੰ ਜਿਹੜੀ ਹੈ ਉਹ ਸੁਣਵਾਈ ਹੋਵੇਗੀ। ਉਦੋਂ ਤੱਕ ਬਿਕਰਮ ਸਿੰਘ ਮਜੀਠੀਆ ਅੰਦਰ ਹੀ ਰਹਿਣਗੇ ਹਵਾਲਾਤ ਦੇ ਵਿੱਚ। ਉਹਨਾਂ ਤੇ ਇੱਕ ਗੱਲ ਇਹ ਸਮਝਣ ਵਾਲੀ ਹੈ ਕਿ ਕੇਸ ਚੱਲ ਰਿਹਾ, ਉਹਨਾਂ ਤੇ ਕੇਸ, ਉਹ ਮੁਜਰਮ ਸਾਬਤ ਅਜੇ ਤੱਕ ਨਹੀਂ ਹੋਏ, ਦੇ ਖਿਲਾਫ ਚਾਰਜ ਸ਼ੀਟ ਹੋਈ ਹੈ ਤੇ ਉਹਨਾਂ ਦਾ ਕੇਸ ਦੀ ਜਾਂਚ ਵਗੈਰਾ ਚੱਲ ਰਹੀ ਹੈ ਤੇ ਅਦਾਲਤ ਜੇ ਲੰਬਾ ਸਮਾਂ ਲਏਗੀ ਇਸ ਗੱਲ ਨੂੰ ਦੱਸਣ ਦੇ ਵਿੱਚ ਕਿ ਕੀ ਉਹ ਦੋਸ਼ੀ ਹਨ ਜਾਂ ਨਹੀਂ। ਜੀ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲਾਂ ਨਿੱਕਾ ਭਰਾ ਹੁੰਦਾ ਸੀ ਤੇ ਹੁਣ ਵੱਡਾ ਹੋ ਗਿਆ ਭਾਜਪਾ, ਉਹਦੀ ਗੱਲ ਕਰਦੇ ਹਾਂ। ਖਬਰਾਂ ਆ ਰਹੀਆਂ ਨੇ ਕਿ ਮੋਦੀ ਸਰਕਾਰ ਨੇ 2017 ਤੋਂ ਲੈ ਕੇ 2022 ਤੱਕ ਹਜ਼ਾਰਾਂ ਕਰੋੜ ਰੁਪਏ ਮਸ਼ਹੂਰੀਆਂ ਤੇ ਖਰਚਦੇ, ਬੱਲੇ ਬੱਲੇ ਤੇ ਖਰਚਦੇ, ਵਾਹ-ਵਾਹ ਤੇ ਖਰਚਦੇ। ਡਾਟਾ ਕੀ ਕਹਿੰਦਾ ਹੈ ਕੁਲਦੀਪ ਜੀ? ਹੈਰਾਨੀਜਨਕ ਡਾਟਾ ਜੀ। ਦੇਖੋ ਗੱਲ ਇਹ ਹੈ, ਇਹ ਅਸੀਂ ਕਈ ਵਾਰੀ, ਪਹਿਲੇ ਤਾਂ ਮੈਂ ਗੱਲ ਕਰਨੀ ਚਾਹਾਂਗਾ, ਜਦੋਂ ਅਸੀਂ ਜਿਹੜੀ ਕਾਰਵਾਈ ਹੁੰਦੀ ਹੈ, ਚਾਹੇ ਲੋਕ ਸਭਾ ਦੀ ਹੋਵੇ, ਚਾਹੇ ਰਾਜ ਸਭਾ ਦੀ, ਚਾਹੇ ਵਿਧਾਨ ਸਭਾ ਦੀ, ਜਦੋਂ ਕੋਈ ਵੀ ਵਿਅਕਤੀ, ਚਾਹੇ ਉਹ ਵਿਰੋਧੀ ਧਿਰ ਦਾ ਹੋਵੇ, ਚਾਹੇ ਆਪਣੀ ਪਾਰਟੀ ਦਾ ਹੋਵੇ, ਜਦੋਂ ਕੋਈ ਬਾਕਾਇਦਾ ਕੁਐਸਚਨ ਆਵਰ ਦੇ ਵਿੱਚ ਕੋਈ ਸਵਾਲ ਪੁੱਛਦਾ ਹੈ ਤੇ ਉਸ ਦਾ ਇੱਕ ਠੀਕ ਠਾਕ ਔਨ ਰੈਕਡ ਜਵਾਬ ਜਿਹੜਾ ਹੈ ਉਹ ਸਰਕਾਰੀ ਧਿਰ ਨੇ ਦੇਣਾ ਹੁੰਦਾ ਹੈ। ਅਸੀਂ ਕਈ ਵਾਰੀ ਅਸੀਂ ਨਾ ਓਪਰੇ ਦੇ ਵਿੱਚ ਅਸੀਂ ਸਮਝ ਲੈਂਦੇ ਕਿ ਦੇਖੋ ਉਹ ਹੱਸ ਰਹੇ ਨੇ, ਰੌਲਾ ਪਾ ਰਹੇ ਨੇ, ਇੱਕ ਦੂਸਰੇ ਨੂੰ ਤਾਨੇ ਮਿਹਣੇ ਦੇ ਰਹੇ ਨੇ। ਉਹ ਗੱਲਾਂ ਹੁੰਦੀਆਂ ਸਾਰੀ ਦੁਨੀਆ ਵਿੱਚ, ਇਸੇ ਤਰ੍ਹਾਂ ਕਾਰਵਾਈਆਂ ਚੱਲਦੀਆਂ ਨੇ, ਜਿਹੜੀਆਂ ਜਿਹੜੇ ਅਸੈਂਬਲੀਜ਼ ਹੁੰਦੀਆਂ ਨੇ, ਪਾਰਲੀਮੈਂਟ ਹੁੰਦੀ ਹੈ, ਜਾਂ ਜੋ ਵੀ ਜਿੱਥੇ ਜੋ ਵੀ ਆਖਿਆ ਜਾਂਦਾ ਉੱਥੇ ਇਸੇ ਤਰ੍ਹਾਂ ਹੀ ਚੱਲਦਾ। ਇਸੇ ਇਹ ਇੱਕ ਹਾਊਸ ਹੁੰਦਾ ਹੈ ਜੋ ਉਸ ਨੂੰ ਉਹਨੂੰ ਆਰਡਰ ਦੇ ਵਿੱਚ ਰੱਖਣ ਲਈ ਸਪੀਕਰ ਵਗੈਰਾ ਹੁੰਦਾ ਹੈ, ਜਾਂ ਜੋ ਵੀ ਉੱਥੇ ਹੋਵੇ, ਪਰ ਸਾਰਾ ਸਿਸਟਮ ਇਸੇ ਤਰ੍ਹਾਂ ਚੱਲਦਾ। ਹੁਣ ਇੱਥੇ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਅਨੁਰਾਗ ਠਾਕਰ ਜਿਹੜੇ ਨੇ, ਉਹ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਕੇਂਦਰੀ, ਕਿ ਤੁਹਾਡੀ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ 2017 ਤੋਂ ਲੈ ਕੇ 22 ਤੱਕ ਕਿੰਨੀ ਰਕਮ ਜਿਹੜੀ ਆ ਉਹ ਇਸ਼ਤਿਹਾਰਬਾਜ਼ੀ ਤੇ ਖਰਚੀ। ਉਹਨਾਂ ਨੇ ਅੰਕੜੇ ਦਿੱਤੇ ਨੇ। ਉਹ ਅੰਕੜੇ ਕੀ ਨੇ ਕਿ ਇਹ 5 ਸਾਲਾਂ ਦੇ ਵਿੱਚ ਯਾਦ ਰਹੇ ਕਿ 2014 ਦੇ ਵਿੱਚ ਸਰਕਾਰ ਬਣੀ ਸੀ, ਪਹਿਲਾਂ ਮੋਦੀ ਸਰਕਾਰ, 3 ਸਾਲ ਉਹ ਪਹਿਲੇ ਨਹੀਂ ਹੈ। ਇਹ 17 ਤੋਂ ਜੁਲਾਈ 2022 ਤੱਕ ਜਿਹੜਾ ਹੈ ਇਲੈਕਟ੍ਰੋਨਿਕ ਤੇ ਪ੍ਰਿੰਟ ਇਸ਼ਤਿਹਾਰਾਂ ਤੇ 3340 ਕਰੋੜ ਰੁਪਏ ਜਿਹੜੇ ਨੇ, 3340, ਬਹੁਤ ਵੱਡੀ ਰਕਮ ਹੈ। ਜਦੋਂ ਸਰਕਾਰਾਂ ਕਈ ਵਾਰੀ ਆਪਣੇ ਕੰਮਕਾਜ ਤੋਂ ਹੱਥ ਪੈਰ ਪਿਛਾਂਹ ਖਿੱਚਦੀਆਂ ਨੇ ਨਾ, ਤੇ ਫਿਰ ਯਾਦ ਆਉਂਦਾ ਹੈ ਕਿ ਇੰਨੇ ਪੈਸੇ ਜਿਹੜੇ ਨੇ ਉਹ ਗਰੀਬ ਦੇ ਮੂੰਹ ਵਿੱਚ ਨਹੀਂ ਪੈ ਸਕਦੇ, ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਤੁਸੀਂ ਇਸ਼ਤਿਹਾਰਬਾਜ਼ੀ ਤੇ ਚਲੋ, ਇਸ਼ਤਿਹਾਰਬਾਜ਼ੀ ਕਰਨੀ ਹੁੰਦੀ ਹੈ ਸਰਕਾਰਾਂ ਨੇ, ਪਰ ਇੰਨੀ ਜ਼ਿਆਦਾ ਇਸ਼ਤਿਹਾਰਬਾਜ਼ੀ ਕਿੱਥੇ ਕੀਤੀ ਗਈ? ਜਦੋਂ ਇਦਾਂ ਦਾ ਯੁੱਗ ਆ ਚੁੱਕਾ ਹੈ ਕਿ ਤੁਸੀਂ ਜਿਹੜਾ ਇਸ਼ਤਿਹਾਰਬਾਜ਼ੀ ਥਾਂ ਕਰਨ ਦੀ ਬਜਾਏ ਤੇ ਸਰਕਾਰੀ ਖਜ਼ਾਨੇ ਨੂੰ ਲੁਟਾਉਣ ਦੀ ਥਾਂ ਤੇ ਇੱਕ ਆਪਣਾ ਪਲੇਟਫਾਰਮ ਬਣਾਓ, ਉੱਥੇ ਲੋਕਾਂ ਨੂੰ ਇਨਫੋਰਮੇਸ਼ਨ ਦਿਓ, ਜਿਹਨੂੰ ਚਾਹੀਦੀ ਹੋਗੀ ਉਹ ਇਨਫੋਰਮੇਸ਼ਨ ਉੱਥੋਂ ਲੈ ਸਕਦਾ। ਇੰਨੀ ਵੱਡੀ ਰਕਮ, ਮੈਂ ਸਮਝਦਾ ਕਿ ਇਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੀ ਗੱਲ ਹੈ। ਹੁਣ ਉਹ ਜੁਲਾਈ ਤੱਕ 2022 ਤੱਕ 1756 ਕਰੋੜ ਪ੍ਰਿੰਟ ਮੀਡੀਆ ਤੇ, ਭਾਵ ਅਖਬਾਰਾਂ ਤੇ ਇਸੇ ਤਰ੍ਹਾਂ ਹੀ 1583 ਕਰੋੜ ਰੁਪਏ ਜਿਹੜੇ ਨੇ ਉਹ ਇਲੈਕਟ੍ਰੋਨਿਕ ਮੀਡੀਆ ਤੇ ਜਿਹੜੇ ਨੇ ਉਹ ਖਰਚੇ ਗਏ ਨੇ। ਬਹੁਤ ਵੱਡੀ ਰਕਮ ਹੈ। ਸਰਕਾਰੀ ਰਿਸੋਰਸਿਸ ਨੂੰ ਬੈਟਰ ਯੂਟਿਲਾਈਜ਼ ਕੀਤਾ ਜਾ ਸਕਦਾ ਹੈ। ਸਰਕਾਰਾਂ ਕੋਲ ਇੰਨੇ ਫੰਡਸ ਕਿਉਂ ਐਲੋਕੇਟ ਕੀਤੇ ਜਾਂਦੇ ਨੇ? ਦੂਸਰੇ ਪਾਸੇ ਅਸੀਂ ਫੌਜ ਦੇ ਖਰਚੇ ਘਟਾਉਣ ਦੀ ਗੱਲ ਕਰ ਰਹੇ ਹਾਂ। ਸਵਲੀਨ, ਤੁਹਾਨੂੰ ਯਾਦ ਹੋਵੇਗਾ ਕਿ ਸਰਕਾਰ ਨੇ ਜਿਹੜੀ ਅਗਨੀਪਥ ਯੋਜਨਾ ਹੈ ਤੇ ਉਸ ਵਿੱਚ ਅਗਨੀਵੀਰ ਭਰਤੀ ਕਰਦੇ ਨੇ। ਹੁਣ ਫੌਜ ਦੇ ਬੇਸਿਕਲੀ ਤੇ ਖਰਚੇ ਘਟਾਉਣ ਦੀ ਗੱਲ ਹੈ ਨਾ, ਅਸਲੀ ਮਕਸਦ ਤੇ ਜੋ ਨਜ਼ਰ ਆਉਂਦਾ ਉਸ ਦੇ ਵਿੱਚ ਕਿ ਇੰਨੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਅਸੀਂ ਜਿਹੜਾ ਹੈ ਰੁਜ਼ਗਾਰ ਦੇਣ ਦੀ ਗੱਲ ਤੇ ਕਰ ਰਹੇ ਹਾਂ, ਪਰ ਬੈਕ ਆਫ ਦਾ ਮਾਈਂਡ ਜੋ ਆਮ ਤੌਰ ਤੇ ਜੋ ਫੌਜੀਆਂ ਨੂੰ ਰਿਟਾਇਰਮੈਂਟ ਵੇਲੇ ਜਾਂ ਉਹਨਾਂ ਦੇ
ਜਿਹੜਾ ਉਹਨਾਂ ਦਾ ਸੇਵਾ ਕਾਲ ਹੁੰਦਾ ਹੈ ਉਸ ਦੇ ਦਰਮਿਆਨ ਜੋ ਉਹਨਾਂ ਨੂੰ ਇੱਕ ਬੈਨੀਫਿਟਸ ਦੇਣੇ ਹੁੰਦੇ ਨੇ, ਇੰਨੀਆਂ ਵੱਡੀਆਂ ਤਨਖਾਹਾਂ ਦੇਣੀਆਂ ਹੁੰਦੀਆਂ ਨੇ ਉਹਨਾਂ ਨੂੰ, ਮੈਡੀਕਲ ਦਾ, ਹੋਰ ਸਾਜੋ ਸਮਾਨ ਦਾ, ਕੰਟੀਨ ਦੇ ਥਰੂ ਸਿਸਟਮ, ਸਭ ਕੁਝ ਕੰਪਨਸੇਸ਼ਨ ਵਗੈਰਾ ਦਾ ਹੁੰਦਾ ਹੈ। ਉਹ ਇੱਕ ਪਾਸੇ ਉਹਨੂੰ ਧਿਆਨ ਵਿੱਚ ਰੱਖੋ ਤੇ ਦੂਸਰੇ ਪਾਸੇ ਖਰਚੇ ਵੇਖੋ। ਹੁਣ ਗੱਲ ਸਰਕਾਰਾਂ ਜੇ ਇਸੇ ਤਰ੍ਹਾਂ ਸੋਚ ਲੈਣ ਕਿ ਅਸੀਂ ਭਲਾ ਹੀ ਕਰਨਾ ਹੈ ਲੋਕਾਂ ਦਾ, ਤਾਂ ਫਿਰ ਇਸ਼ਤਿਹਾਰਾਂ ਦੇ ਜ਼ਰੀਏ ਦੱਸਣ ਦੀ ਲੋੜ ਨਹੀਂ ਪਏਗੀ ਇਸ ਮੁਲਕ ਦੇ ਵਿੱਚ। ਅੱਜ ਵੀ ਭਾਰਤ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ, ਭੁੱਖਮਰੀ ਵੀ ਹੈ, ਬੇਰੁਜ਼ਗਾਰੀ ਵੀ ਹੈ, ਔਰ ਪਤਾ ਨਹੀਂ ਕਿਸ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਸ ਨਾਲ ਜੂਝ ਰਹੇ। ਅਨਾਜ ਦੀ ਸਮੱਸਿਆ ਹੈ, ਭਾਰਤ ਅੱਜ ਵੀ ਬਹੁਤ ਜ਼ਿਆਦਾ ਅਨਾਜ ਬਾਹਰੋਂ ਮੰਗਵਾ ਰਿਹਾ। ਕਿਸਾਨਾਂ ਨੂੰ ਸਬਸਿਡੀ ਦੇਣ ਦੀ ਜਦੋਂ ਗੱਲ ਆਖੀ ਜਾਂਦੀ ਹੈ ਤਾਂ ਉਦੋਂ ਇੱਕਦਮ ਅੰਕੜੇ ਬਿਨਾਂ ਪੁੱਛੇ ਤੋਂ ਕੱਢ ਕੇ ਸਾਹਮਣੇ ਰੱਖ ਦਿੱਤੇ ਜਾਂਦੇ ਨੇ। ਕਿਸਾਨਾਂ ਨੂੰ ਅਸੀਂ ਬਿਜਲੀ ਦੇ ਰਹੇ ਹਾਂ, ਅਸੀਂ ਫਰਟੀਲਾਈਜ਼ਰ ਤੇ ਸਬਸਿਡੀ ਦੇ ਰਹੇ ਹਾਂ, ਇੱਕ ਡੀਏਪੀ ਦੇ ਬੋਰੇ ਦੇ ਉੱਪਰ ਕੱਲੇ ਦੇ ਉੱਪਰ ਕੀਮਤ ਲਿਖੀ ਜਾਂਦੀ ਹੈ। ਫਿਰ ਕਣਕ ਵਗੈਰਾ ਜਿਹੜੀ ਗਰੀਬਾਂ ਨੂੰ ਦੇਣੀ ਹੁੰਦੀ ਹੈ ਉਸ ਦੇ ਉੱਪਰ ਆਪਣੀਆਂ ਫੋਟੋਆਂ ਲਾਉਣ ਤੇ ਪੈਸੇ ਖਰਚੇ ਜਾਂਦੇ ਨੇ। ਇਹ ਸਭ ਕੁਝ ਜਿਹੜਾ ਇਸੇ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਵਿੱਚ ਆਉਂਦਾ ਹੈ, ਔਰ ਥਾਂ ਥਾਂ ਤੇ ਫੋਟੋਆਂ ਜਿਹੜੀਆਂ ਨੇ ਲਾਉਣੀਆਂ, ਆਪਣੀਆਂ ਵੱਡੇ ਵੱਡੇ ਬੈਨਰਸ ਤੇ ਪਤਾ ਨਹੀਂ ਕੀ ਕਿੱਥੇ ਕਿੱਥੇ ਲਾਉਣਾ, ਔਰ ਇੰਨਾ ਵੱਡਾ ਫੋਟੋ ਕਲਚਰ ਪੈਦਾ ਕਰ ਲੈਣਾ। ਇਸ ਤੇ ਸਭ ਕੁਝ ਦੀ ਦੇਣ ਹੈ ਕਿ ਅੱਜ ਸਾਨੂੰ ਇਹ 3300 ਕਰੋੜ ਜਿਹੜਾ ਉਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ। ਭਾਰਤ ਜੋ ਅਜੇ ਵੀ ਵਿਕਸਿਤ ਹੋ ਰਿਹਾ ਮੁਲਕ ਹੈ, ਵਿਕਸਿਤ ਮੁਲਕ ਨਹੀਂ ਹੈ। ਇਸ ਵਿੱਚ ਅਜੇ ਬਹੁਤ ਸਾਰੀਆਂ ਸਮੱਸਿਆਵਾਂ ਨੇ। ਮੈਂ ਦੇਖ ਰਿਹਾ ਕਿ ਕਾਮਨਵੈਲਥ ਖੇਡਾਂ ਸ਼ੁਰੂ ਹੋਈਆਂ ਨੇ, ਉਹ ਇੰਗਲੈਂਡ ਦੇ ਵਿੱਚ ਸ਼ੁਰੂ ਹੋ ਗਈਆਂ ਨੇ। ਕਾਮਨਵੈਲਥ ਖੇਡਾਂ ਭਾਰਤ ਵਿੱਚ ਵੀ ਕਈ ਸਾਲ ਪਹਿਲਾਂ ਹੋਈਆਂ ਸੀ, ਤੇ ਕਿੰਨੀ ਮੈਂ ਸਮਝਦਾ ਕਿ ਨਮੋਸ਼ੀ ਝੱਲਣੀ ਪਈ ਸੀ ਸਾਨੂੰ ਕਿ ਜਦੋਂ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਤੇ ਸਿਰ ਤੇ ਆ ਗਈਆਂ ਤੇ ਸਾਡੀ ਤਿਆਰੀ ਕੋਈ ਨਹੀਂ। ਕਾਮਨਵੈਲਥ ਖੇਡਾਂ ਦੇ ਨਾਂ ਤੇ ਅਜਿਹੇ ਕੱਪੜੇ ਹੋਏ, ਸੁਰੇਸ਼ ਕਲਮਾਡੀ ਉਹ ਅਜਿਹੇ ਲੋਕ ਸਨ ਜੋ ਦੁਬਾਰਾ ਲੱਭੇ ਹੀ ਨਹੀਂ, ਨਾ ਉਹਨਾਂ ਦੀ ਜਾਂਚ ਹੋਈ, ਨਾ ਚੰਗੇ ਨਾ ਮਾੜੇ, ਸਾਨੂੰ ਨਹੀਂ ਪਤਾ ਉਹ ਕਿੱਥੇ ਨੇ। ਗੱਲ ਇਹ ਹੈ ਕਿ ਇਹ ਨੇ ਹਜ਼ਾਰਾਂ ਕਰੋੜਾਂ ਦੀਆਂ ਜਿੰਨੀਆਂ ਗੱਲਾਂ, ਚਾਹੇ ਉਹ ਪੰਜਾਬ ਦੇ ਵਿੱਚੋਂ ਜ਼ਮੀਨਾਂ ਦੱਬਣ ਦੀ ਗੱਲ ਹੋਵੇ ਜਾਂ ਕੋਈ ਹੋਰ ਹੋਵੇ, ਇਹ ਆਮ ਲੋਕਾਂ ਦੀ ਸਮਝ ਤੋਂ ਭਰੇ ਵੀ ਨੇ। ਕੋਈ ਸੁਪਨਮਈ ਦੁਨੀਆ ਜਾਪਦੀ ਹੈ। ਸਰਕਾਰਾਂ ਇਸ ਵੱਲ ਧਿਆਨ ਦੇਣ। ਮੇਰਾ ਆਪਣਾ ਮੰਨਣਾ ਹੈ ਕਿ ਜੇ ਸਰਕਾਰ ਤਰੀਕੇ ਨਾਲ ਕੰਮ ਕਰੇ ਤੇ ਲੋੜ ਨਹੀਂ ਫਿਰ ਪੈਣੀ ਇੰਨੀ ਇਸ਼ਤਿਹਾਰਬਾਜ਼ੀ ਦੀ, ਤੇ ਨਾ ਇੰਨੇ ਪੈਸੇ ਖਰਚਣ ਦੀ ਲੋੜ ਹੈ। ਇਹਨੂੰ ਦੁੱਗਣਾ ਬਜਟ ਨੂੰ ਕਰਕੇ ਲੋਕਾਂ ਦੇ ਭਲਾਈ ਤੇ ਸਿੱਧੇ ਖਰਚੇ ਜਾਣ ਤੇ ਜ਼ਿਆਦਾ ਬਿਹਤਰ ਹੋ। ਜੀ ਬਿਲਕੁਲ, ਸਰਕਾਰ ਨੂੰ ਸੁਹਿਰਦ ਹੋਣਾ ਪੈਣਾ, ਬੇਰੁਜ਼ਗਾਰੀ ਵੱਲ ਦੇਖਣਾ ਪੈਣਾ, ਹੋਰ ਵੀ ਬੜੀਆਂ ਅਲਾਮਤਾਂ ਸਾਡੇ ਮੁਲਕ ਨੂੰ ਚੰਬੜੀਆਂ ਹੋਈਆਂ, ਉਧਰ ਧਿਆਨ ਦੇਣ ਦੀ ਲੋੜ ਹੈ। ਜਿਹੜੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਵਾਹ ਕਰਨ ਦੀ ਲੋੜ ਨਹੀਂ, ਲੋਕਾਂ ਨੇ ਤੁਹਾਨੂੰ ਆਪੇ ਵਾਹ ਦੇ ਦੇਣੀ ਹੈ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਂਦੇ ਆ ਤੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।